किताब विपरण की रीत तो सच दा मार्ग भाग 8वां। लेखक सरदार गुरबख्श सिंह काला अफगाना। पंजवें कांड का 7वां भाग काम क्रोध बस करे ਅਤੇ 8वां भाग इन ते काढ़ लिओ मेरे स्वामी। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। पिछले लेख के आरंभ ਵਿੱਚ ਲਿਖ ਆਏ ਹਾਂ ਕਿ ਇਹ ਪੰਜ ਵਿਕਾਰ ਵੀ ਉਸੇ ਸਿਰਜਣਹਾਰ ਖਸਮ ਦੀ ਹੀ ਕਿਰਤ ਹਨ। ਇਹਨਾਂ ਦੀ ਨਿੰਦਿਆ ਕਰਕੇ ਇਹਨਾਂ ਨੂੰ ਖਤਮ ਕਰਨ ਦੀਆਂ ਗੱਲਾਂ ਕਰਨੀਆਂ ਕੁਦਰਤ ਨਾਲ ਮੁਕਾਬਲਾ ਆਰੰਭ ਕਰਨ ਵਾਲੀ ਸੋਚ ਹੈ। ਜੇ ਜੀਵ ਵਿੱਚ ਕਾਮ ਤੋਂ ਉਚੇਚਾ ਲੁਤਫ ਨਾ ਮਿਲਦਾ ਹੁੰਦਾ ਅਥਵਾ ਕਾਮ ਵਾਸ ਨਾਲ ਸੰਬੰਧਿਤ ਗੂੜਾ ਮੋਹ ਪਿਆਰ ਨਾ ਉਪਜਿਆ ਹੁੰਦਾ ਤਾਂ ਇਹ ਰੌਣਕਾਂ ਵਾਲਾ ਸੰਸਾਰ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਈ ਪ੍ਰਕਾਰ ਦੇ ਜੀਵਾਂ ਦੀ ਹੋਂਦ ਤੋਂ ਬੇਰੌਣਕਾ ਰਹਿ ਜਾਂਦਾ। ਕਾਮ ਦੀ ਅਣਹੋਂਦ ਹੁੰਦੀ ਤਾਂ ਹੋ ਸਕਦਾ ਹੈ ਸੰਸਾਰ ਉਜਾੜ ਹੁੰਦਾ। ਜੀਵਾਂ ਦੀ ਪੈਦਾਇਸ਼ ਦਾ ਮੂਲ ਕਾਰਨ ਕੇਵਲ ਕਾਮ ਹੈ। ਕਾਮ ਕਰੀੜਾ ਤੋਂ ਮਿਲਦੇ ਉਚੇਚੇ ਸਵਾਦ ਕਾਰਨ ਹੀ ਸੰਸਾਰ ਦੇ ਸਾਰੇ ਜੀਵ ਨਰ ਮਦੀਨ ਆਪਸ ਵਿੱਚ ਸੰਗ ਕਰਦੇ ਹਨ, ਜਿਸ ਦਾ ਨਤੀਜਾ ਗਰਭ ਅਤੇ ਫਿਰ ਬੱਚਿਆਂ ਦੀ ਪੈਦਾਇਸ਼ ਹੈ। ਕਾਮ ਹੀ ਜੀਵਾਂ ਨੂੰ ਆਪਸ ਵਿੱਚ ਭੋਗ ਕਰਨ 'ਤੇ ਮਜਬੂਰ ਕਰਦਾ ਹੈ। ਕਾਮ ਹੀ ਸ੍ਰਿਸ਼ਟੀ ਵਿੱਚ ਜੀਵਾਂ ਦਾ ਵਾਧਾ ਕਰਨ ਦਾ ਕਾਰਨ ਬਣਦਾ ਹੈ। ਅੰਡਜ ਜੇਰਜ ਉਤਪੁਜ ਆਦਿ ਖਾਣੀਆਂ ਦੇ ਪਸ਼ੂ ਪੰਖੀ ਜੀਵ ਜੰਤ ਆਦਿ ਖਾਸ ਰੁੱਤ ਵਿੱਚ ਅਤੇ ਖਾਸ ਦਿਨਾਂ ਵਿੱਚ ਸੰਗ ਕਰਦੇ ਹਨ। ਇਸ ਬੜੀ ਜ਼ਰੂਰੀ ਈਸ਼ਵਰੀ ਦੇਣ ਨੂੰ ਮਨੁੱਖ ਨੇ ਆਪਣੀਆਂ ਕਰਤੂਤਾਂ ਨਾਲ ਭਿਆਨਕ ਵਿਕਾਰ ਬਣਾ ਦਿੱਤਾ। ਆਓ ਇਸ ਪੱਖ ਵੱਲ ਵੀ ਝਾਤੀ ਮਾਰ ਲਈਏ। ਪਸ਼ੂ ਪੰਖੀਆਂ ਵਿੱਚ ਮਦੀਨ ਬਹਾਰ ਵਿੱਚ ਨਾ ਆਈ ਹੋਵੇ ਤਾਂ ਸ਼ਾਇਦ ਹੀ ਹੈ ਜੇ ਕੋਈ ਨਰ ਮਦੀਨ ਨਾਲ ਧੱਕਾ ਕਰਦਾ ਹੋਵੇ। ਆਮ ਤੌਰ 'ਤੇ ਪਸ਼ੂ ਪੰਛੀ ਆਪਣੀ ਮਦੀਨ ਦੀ ਮਰਜ਼ੀ ਅਤੇ ਉਸ ਦੀ ਖੁਸ਼ੀ ਵੇਖ ਕੇ ਹੀ ਸੰਗ ਕਰਦੇ ਹਨ, ਪਰ ਜੂਨਾਂ ਦਾ ਸਰਦਾਰ ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜੋ ਕੇਵਲ ਆਪਣੀ ਕਾਮ ਅਗਨੀ ਨੂੰ ਠੰਡਾ ਕਰਨ ਲਈ ਕਈ ਯੋਗ ਅਥਵਾ ਅਯੋਗ ਉਪੱਦਰ ਕਰਨੋਂ ਵੀ ਨਹੀਂ ਸੰਗਦਾ। ਕਾਮ ਦੇ ਚਸਕੇ ਦੇ ਕਾਰਨ ਹੀ ਇਸਤਰੀ ਜਾਤੀ 'ਤੇ ਬੇਅੰਤ ਜ਼ੁਲਮ ਹੋਏ। ਇਸਤਰੀ ਗ੍ਰਸਥ ਜੀਵਨ ਦੀ ਗੱਡੀ ਦਾ ਬੜਾ ਜ਼ਰੂਰੀ ਅਤੇ ਅਨਮੋਲ ਪਹੀਆ ਹੈ। ਮਨੁੱਖ ਦੀ ਬੇਲਗਾਮ ਕਾਮ ਵਾਸਨਾ ਨੇ ਆਪਣੇ ਇਸ ਸ਼ੁਭ ਚਿੰਤਕ ਅਤੇ ਵਫਾਦਾਰ ਸਾਥੀ ਰਤਨ ਨੂੰ ਵੇਸਵਾ ਬਣਾ ਕੇ ਕੋਠੇ 'ਤੇ ਬੈਠ ਕੇ ਆਪਣਾ ਸਰੀਰ ਦੂਜਿਆਂ ਦੇ ਹਵਾਲੇ ਕਰਕੇ ਆਪਣਾ ਨਿਰਬਾਹ ਕਰਨ 'ਤੇ ਮਜਬੂਰ ਕਰ ਦਿੱਤਾ। ਉਹੀ ਕੋਠਾ ਜਿਹੜਾ ਇਸਤਰੀ ਨੇ ਕੇਵਲ ਆਪਣੇ ਜੀਵਨ ਨਿਰਬਾਹ ਲਈ ਸਹੇੜਿਆ ਸੀ, ਅਯਾਸੀ ਅਤੇ ਬਦਮਾਸ਼ੀ ਦਾ ਅੱਡਾ ਬਣ ਗਿਆ। ਇਹਨਾਂ ਕੋਠਿਆਂ ਦੇ ਫਿਰ ਨਾਚ ਗਾਣੇ ਦੇ ਸ਼ੁਗਲ ਨੇ ਜਨਮ ਲਿਆ। ਇਹਨਾਂ ਕੋਠਿਆਂ 'ਤੇ ਪੁੱਜ ਕੇ ਘੜੀ ਪਲ ਦੇ ਕੰਨ ਰਸ, ਜ਼ਬਾਨ ਰਸ ਅਤੇ ਕਾਮ ਰਸ ਨੇ ਕਈ ਚੰਗੇ ਭਲੇ ਖਾਨਦਾਨ ਤਬਾਹ ਕਰ ਦਿੱਤੇ। ਲੱਖਾਂ ਕਰੋੜਾਂ ਵਿੱਚ ਖੇਡਦੇ ਮਨੁੱਖ ਕਾਮ ਚਸਕੇ ਦੇ ਹੱਥੋਂ ਕੰਗਾਲ ਹੋ ਗਏ। ਰਾਗ ਰੰਗ ਅਤੇ ਕਾਮ ਖੇਡ ਦੇ ਰੰਗ ਸੰਗ ਸ਼ੁਗਲਾਂ ਵਾਲੇ ਇਹੀ ਕੋਠੇ ਫਿਰ ਕਈ ਭਿਆਨਕ ਆਸ਼ਤਕ, ਸੂਜਾਕ, ਏਡਜ਼ ਅਥਵਾ ਕੋੜ ਤੱਕ ਦੇ ਰੋਗ ਬਿਮਾਰੀਆਂ ਫੈਲਾਉਣ ਦਾ ਸਾਧਨ ਬਣੇ। ਕੁਝ ਪਲਾਂ ਦੇ ਚਸਕੇ ਦੇ ਗੁਲਾਮ ਮਨੁੱਖ ਨੇ ਆਪਣੀ ਸਾਰੀ ਉਮਰ ਨਰਕ ਬਣਾ ਲਈ। ਅਜਿਹੇ ਗੰਭੀਰ ਰੋਗਾਂ ਅਤੇ ਦੁੱਖਾਂ ਤੋਂ ਬਚਾਉਣ ਦੇ ਯਤਨ ਵਿੱਚ ਮਨੁੱਖਤਾ ਦੇ ਸੱਚੇ ਦਰਦੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ, ਨਿਮਖ ਕਾਮ ਸੁਆਦ ਕਾਰਨ ਕੋਟ ਦਿਨਸ ਦੁੱਖ ਪਾਵੇਂ, ਘਰੀ ਮੋਹਤ ਰੰਗ ਮਾਣੈ ਫਿਰ ਬਹੁਰ ਬਹੁਰ ਪਛਤਾਵੇਂ। ਅੰਧੇ ਚੇਤ ਹਰ ਹਰ ਰਾਇਆ ਤੇਰਾ ਸੋ ਦਿਨ ਨੇੜੇ ਆਇਆ ਰਹਾ। ਪਲਕ ਦ੍ਰਿਸ਼ਟ ਦੇਖ ਭੂਲੋ ਆਕ ਨੀਮ ਕੋ ਤੂਮਰ, ਜੈਸਾ ਸੰਗ ਬਿਸਿਅਰ ਸਿਉ ਹੈ ਰੇ ਤੈਸੋ ਹੀ ਇਹ ਪਾਰਗ੍ਰਹਿ। ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ, ਛੋੜ ਜਾਏ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ। ਸਗਲ ਸੰਸਾਰ ਇਹ ਬਿਦ ਵਿਆਪਿਓ ਸੋ ਉਬਰਿਓ ਜਿਸ ਗੁਰਪੂਰਾ, ਕਹੋ ਨਾਨਕ ਭਵ ਸਾਗਰ ਤਰਿਓ ਭਏ ਪੁਨੀਤ ਸਰੀਰਾ। ਪੰਨਾ 403। ਅਰਥ, ਇਹ ਕਾਮ ਵਾਸ਼ਨਾ ਵਿੱਚ ਅੰਨੇ ਹੋਏ ਜੀਵ, ਇਹ ਵਿਕਾਰਾਂ ਵਾਲਾ ਰਾਹ ਛੱਡ ਤੇ ਪ੍ਰਭੂ ਪਾਤਸ਼ਾਹ ਦਾ ਸਿਮਰਨ ਕਰ। ਤੇਰਾ ਉਹ ਦਿਨ ਨੇੜੇ ਆ ਰਿਹਾ ਹੈ ਜਦੋਂ ਤੂੰ ਇੱਥੋਂ ਕੂਚ ਕਰ ਜਾਣਾ ਹੈ।
हे अन्य जीव, थोड़ा जिना समा ਕਾਂ ਵਾਸਨਾ ਦੇ ਸਵਾਦ ਦੀ ਖਾਤਰ ਤੂੰ ਕਰੋੜਾਂ ਹੀ ਦਿਨ ਦੁੱਖ ਸਹਾਰਦਾ ਹੈ। ਤੂੰ ਘੜੀ 2 ਘੜੀਆਂ ਮੌਜਾਂ ਮਾਣਦਾ ਹੈ, ਉਸ ਤੋਂ ਪਿੱਛੋਂ ਮੁੜ ਮੁੜ ਪਛਤਾਉਂਦਾ ਹੈ। ਹੇ ਅਕਲ ਦੇ ਅੰਨੇ ਮਨੁੱਖ, ਅੱਕ ਨਿੰਮ ਵਰਗੇ ਕੌੜੇ ਤੁੰਮੇ ਨੂੰ ਜੋ ਵੇਖਣ ਨੂੰ ਸੋਹਣਾ ਹੁੰਦਾ ਹੈ, ਥੋੜ੍ਹੇ ਸਮੇਂ ਲਈ ਵੇਖ ਕੇ ਤੂੰ ਭੁੱਲ ਜਾਂਦਾ ਹੈ। ਇਹ ਅੰਨੇ, ਪਰਾਈ ਇਸਤਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ। ਅੰਤ ਵੈਰ ਕਮਾਉਣ ਵਾਲੀ ਮਾਇਆ, ਕਾਂ ਵਾਸ਼ਨਾ ਵੀ ਮਾਇਆ ਦਾ ਹੀ ਬੜਾ ਪ੍ਰਬਲ ਰੂਪ ਹੈ, ਦੀ ਖਾਤਰ ਤੂੰ ਅਨੇਕਾਂ ਪਾਪ ਕਰਦਾ ਰਹਿੰਦਾ ਹੈ। ਅਸਲ ਚੀਜ਼ ਜੋ ਤੇਰੇ ਨਾਲ ਨਿਭਣੀ ਹੈ, ਲਾਂਭੇ ਹੀ ਪਈ ਰਹਿ ਜਾਂਦੀ ਹੈ। ਜਿਨ੍ਹਾਂ ਨੂੰ ਤੂੰ ਆਖਰ ਛੱਡ ਜਾਏਗਾ, ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ ਹੈ। ਇਸ ਵਿੱਚੋਂ ਉਹੀ ਬਚ ਕੇ ਨਿਕਲਦਾ ਹੈ ਜਿਸ ਦਾ ਰਾਖਾ ਪੂਰਾ ਗੁਰੂ ਬਣਦਾ ਹੈ। ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ, ਵਿਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ। ਕਾਮ ਵਾਸਨਾ ਦਾ ਗੁਲਾਮ ਹੋਇਆ ਮਨੁੱਖ ਦੁੱਖਾਂ ਰੋਗਾਂ ਵਿੱਚ ਫਸਦਾ ਹੈ, ਪਰ ਕੁਦਰਤੀ ਨਿਯਮਾਂ ਅਨੁਸਾਰ ਕਾਮ ਦੀ ਜਿਵੇਂ ਪਸ਼ੂ ਪੰਖੀ ਕਰਦੇ ਹਨ, ਵਰਤੋਂ ਕਰਨ ਨਾਲ ਮਨੁੱਖਾ ਨਸਲ ਨੂੰ ਅਗਾਂਹ ਤੋਰੀ ਰੱਖਣਾ ਪ੍ਰਭੂ ਦੇ ਹੁਕਮ ਦੀ ਪਾਲਣਾ ਹੈ। ਸ਼ਾਇਦ ਪ੍ਰੋਤ ਜੀ ਨੇ ਇਸੇ ਨੂੰ ਹੀ ਕਾਮ ਦੇਵਤਾ ਦੀ ਸੇਵਾ ਲਿਖਿਆ ਹੈ। ਕ੍ਰੋਧ ਵੀ ਜੀਵਨ ਦਾ ਬੜਾ ਜ਼ਰੂਰੀ ਅੰਗ ਹੈ। ਜਿਸ ਮਨੁੱਖ ਵਿੱਚ ਰੋਸ ਭਾਵ ਗੁੱਸਾ ਕਰ ਸਕਣ ਦੀ ਸ਼ਕਤੀ ਨਹੀਂ, ਉਹ ਆਪਣੀ ਇੱਜ਼ਤ ਅਤੇ ਅਣਖ ਬਚਾ ਕੇ ਨਹੀਂ ਰੱਖ ਸਕਦਾ। ਕਿਸੇ ਧੱਕੇਖੋਰ ਵੈਰੀ ਵਿਰੁੱਧ ਡਟ ਖਲੋਣ ਦੀ ਸ਼ਕਤੀ ਵਾਸਤੇ ਰੋਸ ਭਾਵ ਗੁੱਸੇ ਦਾ ਹੋਣਾ ਜ਼ਰੂਰੀ ਹੈ। ਵੈਰੀ ਤੇ ਹਮਲਾ ਕਰਨ ਦੀ ਸ਼ਕਤੀ ਰੋਸ ਹੀ ਪੈਦਾ ਕਰਦਾ ਹੈ। ਗੁੱਸੇ ਦੀ ਯੋਗ ਵਰਤੋਂ ਵੀ ਬੜੀ ਲਾਹੇਵੰਦ ਹੈ। ਐਵੇਂ ਹੀ ਗੁਰਬਾਣੀ ਵਿਚਾਰ ਪੜ੍ਹਨ ਸੁਣਨ ਦਾ, ਗੁਰਮੁਖਾਂ ਦੀ ਸੰਗਤ ਕਰਨ ਦਾ ਲਾਭ, ਤ੍ਰਿਸ਼ਨਾ ਚਾਹਤ ਬੜੀ ਲਾਹੇਵੰਦ ਗੁਣ ਹੈ। ਮਨੁੱਖਾ ਜੀਵਨ ਲਈ ਅਤੇ ਸਮਾਜ ਲਈ ਜਿਹੜੇ ਕੁਦਰਤੀ ਦੇਣ ਬੜੇ ਕੀਮਤੀ ਗੁਣ ਹਨ, ਸਾਡੀ ਅਯੋਗ ਵਰਤੋਂ ਦੇ ਕਾਰਨ ਉਹ ਮਨੁੱਖ ਆਪਣੇ ਸਮਾਜ ਦੋਹਾਂ ਲਈ ਵਿਕਾਰ ਬਣ ਗਏ। ਇਹ ਨਿਰਣਾ ਵੀ ਦਾਸ ਨਹੀਂ, ਸਗੋਂ ਗੁਰੂ ਬਾਣੀ ਦਾ ਹੀ ਹੈ। ਕਰ ਹਰਹਟ ਮਾਲ ਟਿੰਡ ਪਰੋਵੋ, ਤਿਸ ਭੀਤਰ ਮਨ ਜੋਵੋ, ਅੰਮ੍ਰਿਤ ਸਿੰਚੋ ਭਰੋ ਕਿਆਰੇ, ਤਉ ਮਾਲੀ ਕੇ ਹੋਵੋ। ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਭਾਈ, ਜਿਉ ਗੋਡੋ ਤਿਉ ਤੁਮ ਸੁਖ ਪਾਵੋ, ਕਿਰਤ ਨ ਮੇਟਿਆ ਜਾਈ। ਪੰਨਾ 1171। ਅਰਥ, ਕਿਸਾਨ ਆਪਣੀ ਪੈਲੀ ਦੇ ਕਿਆਰੇ ਸਿੰਜਣ ਵਾਸਤੇ ਖੂਹ ਤੇ ਟਿੰਡਾਂ ਦੀ ਮਾਲ ਪਾਉਂਦਾ ਹੈ, ਆਪਣੇ ਬਲਦ ਜੋਤ ਕੇ ਖੂਹ ਚਲਾਉਂਦਾ ਹੈ। ਇਸੇ ਤਰ੍ਹਾਂ ਹੱਥੀਂ ਸੇਵਾ ਕਰਨ ਨੂੰ ਹਰਟ ਦੀ ਮਾਲ ਤੇ ਉਸ ਮਾਲ ਵਿੱਚ ਟਿੰਡਾਂ ਜੋੜਨਾ ਬਣਾ। ਹੱਥੀਂ ਸੇਵਾ ਵਾਲੇ ਘੜਮਾਲੇ ਖੂਹ ਵਿੱਚ ਆਪਣਾ ਮਨ ਜੋ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਸਿੰਚ ਤੇ ਆਪਣੇ ਇੰਦਰੀਆਂ ਦੇ ਕਿਆਰੇ ਇਸ ਨਾਮ ਜਲ ਨਾਲ ਨੱਕਾ ਨੱਕ ਭਰ। ਤਦ ਹੀ ਤੂੰ ਇਸ ਜਗਤ ਬਾਗ ਦੇ ਪਾਲਣਹਾਰ ਪ੍ਰਭੂ ਦਾ ਪਿਆਰਾ ਬਣੇਗਾ। ਉੱਗੀ ਖੇਤੀ ਨੂੰ ਕਿਸਾਨ ਰੰਬੇ ਨਾਲ ਗੋਡੀ ਦਿੰਦਾ ਹੈ। ਫਸਲ ਦੇ ਹਰੇਕ ਬੂਟੇ ਨੂੰ ਪਿਆਰ ਨਾਲ ਸਾਂਭ ਕੇ ਬਚਾਈ ਜਾਂਦਾ ਹੈ ਤੇ ਫਾਲਤੂ ਘਾਹ ਬੂਟ ਨਦੀਨ ਨੂੰ ਮਾਨੋ ਗੁੱਸੇ ਨਾਲ ਪੁੱਟ-ਪੁੱਟ ਕੇ ਬਾਹਰ ਸੁੱਟਦਾ ਹੈ। ਤੂੰ ਵੀ ਹੈ ਭਾਈ, ਆਪਣੇ ਸਰੀਰ ਧਰਤੀ ਨੂੰ ਗੋੜ। ਕਾਮ, ਪਿਆਰ ਅਤੇ ਗੁੱਸਾ ਇਹ 2 ਰੰਬੇ ਬਣਾ। ਦੈਵੀ ਗੁਣਾਂ ਨੂੰ ਪਿਆਰ ਨਾਲ ਬਚਾਈ ਰੱਖ, ਵਿਕਾਰਾਂ ਨੂੰ ਕ੍ਰੋਧ ਨਾਲ ਜੜੋਂ ਪੁੱਟਦਾ ਜਾ। ਜਿਉਂ-ਜਿਉਂ ਤੂੰ ਇਸ ਤਰ੍ਹਾਂ ਗੋਡੀ ਕਰੇਗਾ, ਤਿਉਂ-ਤਿਉਂ ਆਤਮਿਕ ਸੁੱਖ ਮਾਣੇਗਾ। ਤੇਰੀ ਕੀਤੀ ਇਹ ਮਿਹਨਤ ਵਿਅਰਥ ਨਹੀਂ ਜਾਏਗੀ। ਕਰਮ ਧਰਮ ਤੁਮ ਚੌਪੜ ਸਾਜੋ, ਸਤ ਕਰੋ ਤੁਮ ਸਾਰੀ, ਕਾਮ ਕ੍ਰੋਧ ਲੋਭ ਮੋਹ ਜੀਤੋ, ਐਸੀ ਖੇਲ ਹਰ ਪਿਆਰੀ। ਪੰਨਾ 1185। ਅਰਥ, ਹੈ ਵੀਰ, ਨੇਕ ਕੰਮ ਕਰਨ ਨੂੰ ਤੂੰ ਚੌਪੜ ਦੀ ਖੇਡ ਬਣਾ। ਉੱਚ ਆਚਰਨ ਨੂੰ ਨਰਦ ਬਣਾਓ। ਇਸ ਨਰਦ ਦੀ ਬਰਕਤ ਨਾਲ ਤੁਸੀਂ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਆਦਿ ਨੂੰ ਵਸ ਕਰੋ। ਇਹ ਵੀਰ, ਇਹੋ ਜਿਹੀ ਖੇਡ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ, ਪਸੰਦ ਆਉਂਦੀ ਹੈ। ਸਪਸ਼ਟ ਉਪਦੇਸ਼ ਹੈ ਕਿ ਕਾਮ ਕ੍ਰੋਧ ਆਦਿ ਪੰਜਾਂ ਨੂੰ ਹੀ ਆਪਣੇ ਵਸ ਵਿੱਚ ਕਰਕੇ ਆਤਮਿਕ ਸੁੱਖ ਮਾਨਣਾ ਹੈ। ਇਹਨਾਂ ਨੂੰ ਮਾਰਨ ਲਈ ਜੋਗੀਆਂ ਜਾਂ ਸਿੱਧਾਂ ਵਾਂਗ ਯਤਨ ਕਰਨੇ ਮੂਰਖਤਾਈ ਹੀ ਨਹੀਂ, ਸਗੋਂ ਕੁਦਰਤ ਦੇ ਮੁਕਾਬਲੇ ਤੇ ਅੜ ਖਲੋਣ ਦੀ ਸਖਤ ਗੁਸਤਾਖੀ ਲਿਬੜੀ ਭੁੱਲ ਹੈ। ਅਗਲੇ ਗੁਰੂ ਫਰਮਾਨ ਵਿੱਚ ਭੱਟ ਭਿੱਖਾ ਜੀ ਗੁਰੂ ਅਮਰਦਾਸ ਜੀ ਬਾਰੇ ਫਰਮਾਨ ਕਰ ਰਹੇ ਹਨ। ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ,
सच सच जानिए एक चित लिव लावै, काम क्रोध वस करै, पौन उडंत न धावै, निरंकार कै वसै देश, हुक्म बुझ विचार पावै, कल माहे रूप करता पुरख, सो जाने जिन किश किया, गुर मिलियो सोई भिखा कहे, सहज रंग दर्शन दियो। पन्ना 1395। अर्थ सतगुरु अमरदास ਗਿਆਨ ਰੂਪ ਤੇ ਧਿਆਨ ਰੂਪ ਹੈ, ਭਾਵ ਪੂਰਨ ਗਿਆਨ ਵਾਲੇ ਤੇ ਦ੍ਰਿੜ ਧਿਆਨ ਵਾਲੇ ਹਨ। ਉਹਨਾਂ ਨੇ ਆਪਣੀ ਆਤਮਾ ਨੂੰ ਹਰੀ ਨਾਲ ਮਿਲਾ ਲਿਆ ਹੈ। ਸਦਾ ਥਿਰ ਹਰੀ ਵਿੱਚ ਜੁੜਨ ਕਰਕੇ ਸਤਿਗੁਰੂ ਨੂੰ ਹਰੀ ਰੂਪ ਹੀ ਸਮਝਣਾ ਚਾਹੀਏ। ਗੁਰੂ ਅਮਰਦਾਸ ਇਕਾਗਰ ਮਨ ਹੋ ਕੇ ਹਰੀ ਵਿੱਚ ਲਿਵ ਲਾ ਰਹੇ ਹਨ। ਉਹਨਾਂ ਨੇ ਕਾਮ ਕ੍ਰੋਧ ਨੂੰ ਆਪਣੇ ਵੱਸ ਵਿੱਚ ਕਰ ਲਿਆ ਹੋਇਆ ਹੈ। ਉਹਨਾਂ ਦਾ ਮਨ ਭਟਕਦਾ ਨਹੀਂ ਹੈ, ਕਿਸੇ ਪਾਸੇ ਵੱਲ ਦੌੜਦਾ ਨਹੀਂ ਹੈ। ਗੁਰੂ ਅਮਰਦਾਸ ਨਿਰੰਕਾਰ ਦੇ ਦੇਸ਼ ਵਿੱਚ ਟਿਕ ਰਿਹਾ ਹੈ। ਪ੍ਰਭੂ ਦਾ ਹੁਕਮ ਪਛਾਣ ਕੇ ਉਹਨਾਂ ਨੇ ਗਿਆਨ ਪ੍ਰਾਪਤ ਕੀਤਾ ਹੈ। ਕਲਯੁਗ ਵਿੱਚ ਗੁਰੂ ਅਮਰਦਾਸ ਕਰਤਾ ਪੁਰਖ ਰੂਪ ਹੈ। ਇਸ ਕੌਤਕ ਨੂੰ ਉਹ ਕਰਤਾਰ ਹੀ ਜਾਣਦਾ ਹੈ ਜਿਸ ਨੇ ਇਹ ਅਚਰਜ ਕੌਤਕ ਕੀਤਾ ਹੈ। ਭਿੱਖਾ ਕਵੀ ਆਖਦਾ ਹੈ, ਮੈਨੂੰ ਉਹ ਗੁਰੂ ਅਮਰਦਾਸ ਜੀ ਮਿਲ ਪਏ ਹਨ। ਉਹਨਾਂ ਨੇ ਪੂਰਨ ਖੜਾਓ ਦੇ ਰੰਗ ਵਿੱਚ ਮੈਨੂੰ ਦਰਸ਼ਨ ਦਿੱਤਾ ਹੈ। ਸਤਿਗੁਰਾਂ ਬਾਰੇ ਵੀ ਇਹੀ ਲਿਖਿਆ ਹੈ ਕਿ ਉਹਨਾਂ ਨੇ ਕਾਮ ਕ੍ਰੋਧ ਆਦਿ ਨੂੰ ਆਪਣੇ ਵੱਸ ਵਿੱਚ ਕਰ ਲਿਆ ਹੈ। ਜੋਗੀਆਂ ਵਾਂਗ ਖਤਮ ਕਰ ਲੈਣ ਦੀ ਗੱਲ ਨਹੀਂ ਹੈ। ਅੱਗੇ ਮਾਇਆ ਅਤੇ ਮਾਇਆ ਦੀ ਉਪਜ ਕਾਮ ਕ੍ਰੋਧ ਆਦਿ ਵਿਕਾਰਾਂ ਬਾਰੇ ਪੰਚਮ ਪਾਤਸ਼ਾਹ ਜੀ ਦਾ ਫਰਮਾਨ। ਮਾਤ ਪਿਤਾ ਭਾਈ ਸੁਤ ਬਨਤਾ, ਚੋਗੈ ਚੋਗ ਆਨੰਦ ਸਿਉ ਜੁਗਤਾ, ਉਰਜ ਪਰਿਓ ਮਨ ਮੀਠ ਮੁਹਾਰਾ, ਗੁਣ ਗਾਹਕ ਮੇਰੇ ਪ੍ਰਾਣ ਆਧਾਰਾ, ਏਕ ਹਮਾਰਾ ਅੰਤਰਜਾਮੀ, ਧਰ ਏਕਾ ਮੈਂ ਟਿਕ ਏਕਸ ਕੀ, ਸਿਰ ਸ਼ਾਹਾ ਵੱਡ ਪੁਰਖ ਸੁਆਮੀ ਰਹਾ। ਛਲ ਨਾਗਨ ਸਿਉ ਮੇਰੀ ਟੂਟਨ ਹੋਈ, ਗੁਰ ਕਹਿਆ ਇਹ ਝੂਠੀ ਤੋਹੀ, ਮੁਖ ਮੀਠੀ ਖਾਈ ਕੌਰਾਏ, ਅੰਮ੍ਰਿਤ ਨਾਮ ਮਨ ਰਹਿਆ ਅਗਾਏ, ਲੋਭ ਮੋਹ ਸਿਉ ਗਈ ਵਿਖੋਟ, ਗੁਰ ਕਿਰਪਾਲ ਮੋਹ ਕੀਨੀ ਛੋਟ, ਇਹ ਠਗਵਾਰੀ ਬਹੁਤ ਘਰ ਗਾਲੇ, ਹਮ ਗੁਰ ਰਾਖ ਲੀਏ ਕਿਰਪਾਲੇ, ਕਾਮ ਕ੍ਰੋਧ ਸਿਉ ਠਾਠ ਨ ਬਣਿਆ, ਗੁਰ ਉਪਦੇਸ਼ ਮੋਹਿ ਕਾਨੀ ਸੁਣਿਆ, ਜੈ ਦੇਖੂੰ ਤੈ ਮਹਾ ਚੰਡਾਲ, ਰਾਖ ਲੀਏ ਆਪਣੇ ਗੁਰ ਗੋਪਾਲ, 10 ਨਾਰੀ ਮੈਂ ਕਰੀ ਦੁਹਾਗਨ, ਗੁਰ ਕਹਿਆ ਇਹ ਰਸੇ ਬਿਖਾਗਨ, ਇਨ ਸੰਬੰਧੀ ਰਸਾਤਲ ਜਾਏ, ਹਮ ਗੁਰ ਰਾਖੇ ਹਰ ਲਿਵ ਲਾਏ, ਅਹਮੇਵ ਸਿਉ ਮਸਲਤ ਛੋਡੀ, ਗੁਰ ਕਹਿਆ ਇਹ ਮੂਰਖ ਹੋਡੀ, ਇਹ ਨੀਗਰ ਘਰ ਕਹੀਂ ਨਾ ਪਾਏ, ਹਮ ਗੁਰ ਰਾਖ ਲੀਏ ਲਿਵ ਲਾਏ, ਇਨ ਲੋਗਨ ਸਿਉ ਹਮ ਭਏ ਬਹਿਰਾਈ, ਏਕ ਗ੍ਰਹਿ ਮੈਂ ਦੋਏ ਨਾ ਖਟਾਈ, ਆਏ ਪ੍ਰਭ ਪੈ ਅੰਚਰ ਲਾਗ, ਕਰੋ ਤਪਾਵਸ ਪ੍ਰਭ ਸਰਬਾਗ, ਪ੍ਰਭ ਹਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ, ਤੂੰ ਠਾਕੁਰ ਇਹ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀਆ ਨਿਬੇਰਾ। ਪੰਨਾ 1347। ਅਰਥ ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਮਾਤਮਾ ਹੀ ਮੇਰਾ ਰਾਖਾ ਹੈ। ਮੈਨੂੰ ਸਿਰਫ ਪ੍ਰਮਾਤਮਾ ਦਾ ਹੀ ਆਸਰਾ ਹੈ। ਉਹ ਮਾਲਕ ਵੱਡੇ ਵੱਡੇ ਬਾਦਸ਼ਾਹ ਦੇ ਸਿਰ ਉੱਤੇ ਵੀ ਖਸਮ ਹੈ। ਮਾਂ ਪਿਓ ਭਰਾ ਪੁੱਤਰ ਇਸਤਰੀ ਪਰਿਵਾਰਾਂ ਦੇ ਇਹ ਸਾਰੇ ਸਾਥੀ ਰਲ ਕੇ ਮੌਜ ਨਾਲ ਮਾਇਆ ਦੇ ਭੋਗ ਭੋਗਦੇ ਰਹਿੰਦੇ ਹਨ। ਸਭਨਾਂ ਦੇ ਮਨ ਮਾਇਆ ਦੇ ਮੋਹ ਦੀ ਮਿਠਾਸ ਵਿੱਚ ਫਸੇ ਰਹਿੰਦੇ ਹਨ। ਪਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣਾਂ ਦੇ ਗਾਹਕ ਸੰਤ ਜਨ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਏ ਹਨ। ਗੁਰੂ ਨੇ ਮੈਨੂੰ ਦੱਸ ਦਿੱਤਾ ਹੈ ਕਿ ਇਹ ਮਾਇਆ ਝੂਠੀ ਹੈ ਤੇ ਠੱਗੀ ਕਰਨ ਵਾਲੀ ਹੈ। ਇਹ ਮਾਇਆ ਉਸ ਚੀਜ਼ ਵਰਗੀ ਹੈ ਜੋ ਮੂੰਹ ਵਿੱਚ ਮਿੱਠੀ ਲੱਗਦੀ ਹੈ ਪਰ ਖਾਧਿਆਂ ਕੌੜਾ ਸਵਾਦ ਦਿੰਦੀ ਹੈ। ਸੋ ਗੁਰੂ ਦੀ ਕਿਰਪਾ ਨਾਲ ਇਸ ਛਲ ਕਰਨ ਵਾਲੀ ਸਪਣੀ ਮਾਇਆ ਨਾਲੋਂ ਮੇਰਾ ਸੰਬੰਧ ਟੁੱਟ ਗਿਆ ਹੈ। ਮੇਰਾ ਮਨ ਆਤਮਿਕ ਜੀਵਨ ਦੇਣ ਵਾਲੇ ਹਰ ਨਾਮ ਨਾਲ ਰੱਜਿਆ ਰਹਿੰਦਾ ਹੈ। ਹੇ ਭਾਈ, ਕਿਰਪਾਲ ਗੁਰੂ ਨੇ ਮੇਰੇ ਉੱਤੇ ਬਖਸ਼ਿਸ਼ ਕੀਤੀ ਹੈ। ਲੋਭ ਮੋਹ ਆਦਿਕ ਨਾਲੋਂ ਮੇਰਾ ਇਤਬਾਰ ਮੁੱਕ ਗਿਆ ਹੈ। ਭਾਵ ਮੈਂ ਹੁਣ ਲੋਭ ਮੋਹ ਦੇ ਅਸਰ ਹੇਠ ਨਹੀਂ ਆਉਂਦਾ। ਠੱਗਾਂ ਦੇ ਸਟੋਲੇ ਨੇ ਅਨੇਕਾਂ ਘਰ ਹਿਰਦੇ ਤਬਾਹ ਕਰ ਦਿੱਤੇ ਹਨ। ਮੈਨੂੰ ਤਾਂ ਇਹਨਾਂ ਪਾਸੋਂ ਦਇਆ ਦੇ ਸੋਮੇ ਗੁਰੂ ਨੇ ਬਚਾ ਲਿਆ ਹੈ। ਗੁਰੂ ਦਾ ਉਪਦੇਸ਼ ਮੈਂ ਬੜੇ ਧਿਆਨ ਨਾਲ ਸੁਣਿਆ ਹੈ। ਇਸ ਵਾਸਤੇ ਕਾਮ ਕ੍ਰੋਧ ਆਦਿ ਨਾਲ ਹੁਣ ਮੇਰੀ ਸਾਂਝ ਨਹੀਂ ਬਣੀ।
ਮੇਰੇ ਤੇ ਇਹਨਾਂ ਦਾ ਪ੍ਰਭਾਵ ਨਹੀਂ ਪੈ ਸਕਦਾ। ਮੈਂ ਇਹਨਾਂ ਤੇ ਕਾਬੂ ਪਾ ਲਿਆ। ਮੈਂ ਜਿੱਧਰ ਵੇਖਦਾ ਹਾਂ ਉਧਰ ਇਹ ਵੱਡੇ ਚੰਡਾਲ ਆਪਣਾ ਜ਼ੋਰ ਪਾ ਰਹੇ ਹਨ। ਮੈਨੂੰ ਤਾਂ ਗੁਰੂ ਗੋਪਾਲ ਨੇ ਇਹਨਾਂ ਤੋਂ ਬਚਾ ਲਿਆ ਹੈ। ਆਪਣੀਆਂ 10 ਹੀ ਇੰਦਰੀਆਂ ਨੂੰ ਮੈਂ ਛੁੱਟੜ ਕਰ ਦਿੱਤਾ ਹੈ। ਰਸਾਂ ਦੀ ਖੁਰਾਕ ਅਪਣਾਉਣੀ ਬੰਦ ਕਰ ਦਿੱਤੀ ਹੈ, ਕਿਉਂਕਿ ਇਹਨਾਂ ਕਰਕੇ ਮਨੁੱਖ ਮੌਤ ਦੀ ਨੀਵੀਂ ਖੱਡ ਵਿੱਚ ਜਾ ਪੈਂਦਾ ਹੈ। ਇਹ ਭਾਈ, ਮੇਰੇ ਹਿਰਦੇ ਵਿੱਚ ਪਰਮਾਤਮਾ ਦੀ ਲਗਨ ਪੈਦਾ ਕਰਕੇ ਗੁਰੂ ਨੇ ਮੈਨੂੰ ਇਹਨਾਂ ਰਸਾਂ ਤੋਂ ਬਚਾ ਲਿਆ ਹੈ। ਮੈਂ ਹੰਕਾਰ ਨਾਲ ਵੀ ਮੇਲ ਮਿਲਾਪ ਛੱਡ ਦਿੱਤਾ ਹੈ। ਹੰਕਾਰ ਵੀ ਕਾਬੂ ਹੇਠ ਕਰ ਲਿਆ ਹੈ। ਗੁਰੂ ਨੇ ਮੈਨੂੰ ਦੱਸਿਆ ਹੈ ਕਿ ਹੰਕਾਰ ਮੂਰਖ ਅਤੇ ਜ਼ਿੱਦੀ ਹੈ। ਭਾਵ ਹੰਕਾਰ ਮਨੁੱਖ ਨੂੰ ਮੂਰਖ ਅਤੇ ਜ਼ਿੱਦੀ ਬਣਾ ਦਿੰਦਾ ਹੈ। ਹੁਣ ਇਹ ਬੇਘਰ ਹੋ ਗਿਆ। ਮੇਰੇ ਅੰਦਰ ਇਸ ਨੂੰ ਕੋਈ ਟਿਕਾਣਾ ਨਹੀਂ ਮਿਲਦਾ। ਪ੍ਰਭੂ ਚਰਨਾਂ ਦੀ ਲਗਨ ਪੈਦਾ ਕਰਕੇ ਗੁਰੂ ਨੇ ਮੈਨੂੰ ਇਸ ਹੰਕਾਰ ਤੋਂ ਬਚਾ ਲਿਆ। ਇਹਨਾਂ ਕਾਮ, ਕ੍ਰੋਧ, ਹੰਕਾਰ ਆਦਿਕਾਂ ਨਾਲੋਂ ਮੈਂ ਬੇਵਾਸਤਾ ਹੋ ਗਿਆ ਹਾਂ। ਇੱਕੋ ਤੇ ਅਰਦਾਸ ਕਰਦਾ ਹਾਂ, ਹੇ ਸਰਬੱਗ ਪ੍ਰਭੂ, ਤੂੰ ਆਪ ਹੀ ਨਿਆਂ ਕਰ। ਹੇ ਭਾਈ, ਪ੍ਰਭੂ ਜੀ ਹੱਸ ਕੇ ਆਖਣ ਲੱਗੇ, ਅਸਾਂ ਨਿਆਂ ਕਰ ਦਿੱਤਾ ਹੈ। ਹੇ ਭਾਈ, ਪ੍ਰਭੂ ਨੇ ਕਾਮਾਦਿਕ ਇਹ ਸਾਰੇ ਵੈਰੀ ਮੇਰੀ ਸੇਵਾ ਵਿੱਚ ਲਾ ਦਿੱਤੇ ਹਨ। ਗੁਰਦੇਵ ਜੀ ਫਰਮਾਨ ਕਰਦੇ ਹਨ, ਇਹ ਸਰੀਰ ਘਰ ਸਾਰਾ ਤੇਰਾ ਹੈ ਅਤੇ ਹੁਣ ਤੂੰ ਹੀ ਇਸ ਦਾ ਮਾਲਕ ਹੈ। ਕਾਮਾਦਿਕ ਇਸ ਉੱਤੇ ਜ਼ੋਰ ਨਹੀਂ ਪਾ ਸਕਦੇ। ਜੇ ਕਾਮ, ਕ੍ਰੋਧ ਆਦਿ ਮਨੁੱਖ ਤੇ ਆਪਣਾ ਪ੍ਰਭਾਵ ਪਾ ਲੈਣ ਤਾਂ ਇਹ ਵੱਡੇ ਵੈਰੀ ਹਨ, ਪਰ ਜੇ ਇਹਨਾਂ ਨੂੰ ਸੰਜਮ ਵਿੱਚ ਰੱਖਿਆ ਜਾਵੇ ਤਾਂ ਇਹ ਬੜੇ ਵੱਡੇ ਸੇਵਕ ਹਨ। ਪਰ ਇਹਨਾਂ ਨੂੰ ਸੇਵਕ ਬਣਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਜੀਵਨ ਢਾਲ ਲੈਣ ਦੇ ਆਰ ਵਿੱਚ ਜੁਟ ਜਾਣਾ ਲੋੜੀ ਹੈ। ਕਾਮ, ਕ੍ਰੋਧ ਨਗਰ ਮੈਂ ਸਬਲਾ, ਨਿਤ ਉਠ ਉਠ ਜੂਝ ਕਰੀਜੈ, ਅੰਗੀਕਾਰ ਕਰੋ ਰੱਖ ਲੇਵੋ, ਗੁਰਪੂਰਾ ਕਾਢ ਕੱਢੀਜੈ। ਪੰਨਾ 1325। ਅਰਥ, ਹੈ ਪ੍ਰਭੂ, ਅਸਾਂ ਜੀਵਾਂ ਦੇ ਸਰੀਰ ਨਗਰ ਵਿੱਚ ਕਾਮ, ਕ੍ਰੋਧ ਆਦਿਕ ਹਰੇਕ ਵਿਕਾਰ ਬਲਵਾਨ ਹੋਇਆ। ਸਦਾ ਉੱਠ ਉੱਠ ਕੇ ਇਹਨਾਂ ਨਾਲ ਯੁੱਧ ਕਰਨਾ ਪੈਂਦਾ ਹੈ। ਹੇ ਪ੍ਰਭੂ, ਸਹਾਇਤਾ ਕਰ, ਇਹਨਾਂ ਤੋਂ ਬਚਾ ਲੈ। ਪੂਰਾ ਗੁਰੂ ਮਿਲ ਕੇ ਇਹਨਾਂ ਦੇ ਪੰਜੇ ਵਿੱਚੋਂ ਕੱਢ ਲੈ। ਕਾਮ, ਕ੍ਰੋਧ, ਝੂਠ, ਤਜ ਨਿੰਦਾ, ਹਰ ਸਿਮਰਨ ਬੰਧਨ ਟੂਟੇ, ਮੋਹ ਮਗਨ ਅਹੰ ਅੰਧ ਮਮਤਾ, ਗੁਰ ਕਿਰਪਾ ਤੇ ਛੂਟੇ। ਪੰਨਾ 1206। ਭਾਗ 8ਵਾਂ। ਇਨ ਤੇ ਕਾਢ ਲਿਓ ਮੇਰੇ ਸੁਆਮੀ। ਫੁੱਟਨੋਟ: ਸੰਤ ਸਿੰਘ ਮਸਕੀਨ ਪ੍ਰਸਿੱਧ ਪ੍ਰਚਾਰਕ ਜੀ ਨੇ ਕਾਮ ਬਾਰੇ ਜੋ ਭਾਸ਼ਣ ਰਿਕਾਰਡ ਕਰਵਾਇਆ ਤੇ ਅਖਬਾਰਾਂ ਵਿੱਚ ਛਪਦਾ ਰਿਹਾ, ਉਸ ਬਾਰੇ ਦਾਸ ਨੇ ਮਸਕੀਨ ਜੀ ਨੂੰ ਮਿਲ ਕੇ ਜਿਹੜਾ ਪੱਤਰ ਉਹਨਾਂ ਦੀ ਸੇਵਾ ਵਿੱਚ ਪੇਸ਼ ਕੀਤਾ ਸੀ, ਉਸ ਦਾ ਪੂਰਾ ਉਤਾਰਾ ਪੁਸਤਕ ਦੇ 10ਵੇਂ ਭਾਗ ਵਿੱਚ ਦਿੱਤਾ ਗਿਆ ਹੈ। ਪਾਠਕਾਂ ਦੀ ਸਹੂਲਤ ਲਈ ਟੂਕ ਦੇ ਰੂਪ ਵਿੱਚ ਵੀ ਹਾਜ਼ਰ ਹੈ। ਆਪਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਵਿੱਚ ਵਿਚਰਦਿਆਂ ਪ੍ਰਮਾਤਮਾ ਦੇ ਦਰ ਤੇ ਸਦਾ ਹੀ ਅਰਦਾਸੇ ਬਣੇ ਰਹਿਣਾ ਚਾਹੀਦਾ ਹੈ ਕਿ ਉਹ ਸਾਨੂੰ ਕਾਮ, ਕ੍ਰੋਧ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਏ ਅਤੇ ਆਪਣੇ ਚਰਨਾਂ ਨਾਲ ਜੋੜੀ ਰੱਖੇ, ਤਾਂ ਜੋ ਅਸੀਂ ਇਹਨਾਂ 5 ਰਸਾਂ ਵਿੱਚ ਫਸ ਕੇ ਉਹਨਾਂ ਤੋਂ ਦੂਰ ਨਾ ਹੋ ਜਾਈਏ। ਜੋ ਨਾ ਟਹੰਦੋ ਮੂਲ, ਸੋ ਘਰ ਰਾਸ ਕਰ, ਹਿੱਕੋ ਚਤ ਵਸਾਏ, ਕਦੇ ਨਾ ਜਾਏ ਮਰ। ਪੰਨਾ 397। ਅਰਥ, ਹੇ ਭਾਈ, ਆਤਮਿਕ ਜੀਵਨ ਦੀ ਉਸਾਰੀ ਵਾਲੇ ਉਸ ਹਿਰਦੇ ਘਰ ਨੂੰ ਸੋਹਣਾ ਬਣਾ ਜੋ ਫਿਰ ਕਦੇ ਵੀ ਢਹਿ ਨਹੀਂ ਸਕਦਾ। ਹੇ ਭਾਈ, ਇੱਕ ਪਰਮਾਤਮਾ ਨੂੰ ਹੀ ਆਪਣੇ ਚਿੱਤ ਵਿੱਚ ਵਸਾਈ ਰੱਖ। ਉਹ ਪਰਮਾਤਮਾ ਕਦੇ ਵੀ ਨਹੀਂ ਮਰਦਾ। ਪੰਥ ਵੱਲੋਂ ਸਤਿਕਾਰੇ ਹੋਏ ਗਿਆਨੀ ਸੰਤ ਸਿੰਘ ਮਸਕੀਨ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਭਾਸ਼ਣ ਦੀ ਟੇਪ ਬਾਜ਼ਾਰ ਵਿੱਚ ਵਿਕਦੀ ਹੈ, ਜਿਸ ਵਿੱਚ ਆਪ ਜੀ ਨੇ ਕਾਮ ਨੂੰ ਅਧਿਕ ਸ਼ਕਤੀ ਦੱਸਦਿਆਂ ਇਹ ਸਮਝਾਉਣ ਦਾ ਹੀ ਯਤਨ ਕੀਤਾ ਹੈ ਕਿ ਕਾਮ ਸ਼ਕਤੀ ਜੇ ਹੇਠਾਂ ਨੂੰ ਤੁਰ ਜਾਵੇ ਤਾਂ ਸੰਤਾਨ ਪੈਦਾ ਹੁੰਦੀ ਹੈ, ਪਰ ਜੇ ਕਿਤੇ ਇਹ ਉੱਪਰ ਨੂੰ ਚੜ੍ਹ ਜਾਵੇ ਤਾਂ ਵਾਹਿਗੁਰੂ ਨਾਲ ਮਿਲਾਪ ਕਰਾ ਦਿੰਦੀ ਹੈ। ਉਤਸੁਕਤਾ ਵਧਣ ਦੇ ਕਾਰਨ ਦਾਸ ਨੇ ਬੜਾ ਯਤਨ ਕੀਤਾ, ਪਰ ਗੁਰਬਾਣੀ ਵਿੱਚੋਂ ਅਜਿਹਾ ਕੋਈ ਫਰਮਾਨ ਨਹੀਂ ਮਿਲ ਸਕਿਆ ਜਿਸ ਤੋਂ ਆਪ ਜੀ ਦੇ ਕਥਨ ਦੀ ਮਾੜੀ ਮੋਟੀ ਪੁਸ਼ਟੀ ਵੀ ਹੁੰਦੀ ਹੋਵੇ। ਤੁਸਾਂ ਜਿਨ੍ਹਾਂ ਗੁਰੂ ਸ਼ਬਦਾਂ ਦਾ ਸੰਕੇਤ ਮਾਤਰ ਜ਼ਿਕਰ ਕੀਤਾ ਹੈ, ਉਹਨਾਂ ਦੀ ਵਿਚਾਰ ਤੋਂ ਸਗੋਂ ਭਰਮ ਹੋਰ ਵਧਿਆ। ਕੁਝ ਗੁਰਮੁਖ ਸੱਜਣਾ ਨਾਲ ਵਿਚਾਰਾਂ ਕੀਤੀਆਂ, ਪਰ ਮਸਲਾ ਹੋਰ ਉਲਝਿਆ। ਆਖਰ ਜਾਦੇ ਪਤਾ ਲੱਗਾ ਕਿ ਆਪ ਜੀ ਸਿਆਟਲ ਹੀ
ਗੁਰਦੁਆਰਾ ਸਾਹਿਬ ਸੱਚਾ ਮਾਰਗ ਵਿਖੇ ਕੁਝ ਦਿਨਾਂ ਲਈ ਸੰਗਤਾਂ ਨੂੰ ਨਿਹਾਲ ਕਰਨ ਲਈ ਆ ਰਹੇ ਹੋ ਤਾਂ ਫੈਸਲਾ ਹੋਇਆ ਕਿ ਸਾਰੇ ਭਰਮ ਭੁਲੇਖੇ ਦੂਰ ਕਰਨ ਲਈ ਆਪ ਜੀ ਦੀ ਸੇਵਾ ਵਿੱਚ ਇਹ ਲਿਖਤੀ ਬੇਨਤੀ ਪੱਤਰ ਪੇਸ਼ ਕੀਤਾ ਜਾਵੇ। ਸ਼ੰਕੇ ਇਸ ਪ੍ਰਕਾਰ ਹਨ ਜੀ। ਕਾਮ ਦੀ ਉਪਰੋਕਤ ਸ਼ਕਤੀ ਦੀ ਮਹੱਤਤਾ ਗੁਰਮਤਿ ਅਨੁਸਾਰ ਸਿੱਧ ਕਰਨ ਲਈ ਆਪ ਜੀ ਨੇ ਆਪਣੇ ਭਾਸ਼ਣ ਵਿੱਚ ਜਿੰਨੇ ਵੀ ਗੁਰੂ ਸ਼ਬਦਾਂ ਦੀਆਂ ਪੰਕਤੀਆਂ ਦੀ ਵਰਤੋਂ ਕੀਤੀ ਹੈ, ਪੂਰੇ ਗੁਰੂ ਸ਼ਬਦਾਂ ਦੇ ਅਸਲ ਆਸ਼ੇ ਨੂੰ ਵਿਗਾੜਨ ਦੀ ਭੁੱਲ ਕੀਤੀ ਹੋਣ ਦਾ ਹੀ ਭਰਮ ਬਣਿਆ ਹੈ। ਪਹਿਲੀ ਪੰਕਤੀ ਗੁਜਰੀ ਰਵਿਦਾਸ ਮੈਲਾ ਗਰ ਬੇਰੇ ਹੈ ਭੁਯੰਗਾ ਬਿਖ ਅੰਮ੍ਰਿਤ ਬਸੈ ਇੱਕ ਸੰਗਾ ਹੈ। ਉਸ ਪੂਰੇ ਗੁਰੂ ਸ਼ਬਦ ਦੀ ਸਿੱਖਿਆ ਦਾ ਮੇਲ ਆਪ ਜੀ ਦੇ ਭਾਸ਼ਣ ਵਿਚਲੀ ਦਲੀਲ ਨਾਲ ਨਹੀਂ ਖਾ ਰਿਹਾ। ਸ਼ੰਕਾ ਦਾਸ ਕੋਲ ਆਪ ਜੀ ਦੇ ਭਾਸ਼ਣ ਦੀ ਟੇਪ ਹੈ, ਜਿਸ ਵਿੱਚ ਤੁਸਾਂ ਸਾਬਕਾ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੂੰ ਹੋ ਗੁਜ਼ਰੇ ਗੁਰਬਾਣੀ ਦੇ ਸਾਰੇ ਟੀਕਾਕਾਰਾਂ ਵਿੱਚੋਂ ਸਭ ਤੋਂ ਉੱਤਮ ਟੀਕਾਕਾਰ ਹੋਣ ਦਾ ਫਤਵਾ ਦਿੱਤਾ ਹੈ। ਉਹਨਾਂ ਵੱਲੋਂ ਕੀਤੇ ਅਰਥਾਂ ਦਾ ਤੁਹਾਨੂੰ ਚੇਤਾ ਕਰਾਉਣਾ ਜਾਗਦੇ ਨੂੰ ਜਗਾਉਣ ਵਾਲੀ ਅਤੇ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਹੈ। ਨਿਰਸੰਦੇਹ ਆਪ ਨੇ ਸਭ ਕੁਝ ਜਾਣਤ ਹੀ ਬੋਲਿਆ ਹੈ। ਆਪ ਜੀ ਨਾਲ ਕੀਤੇ ਜਾ ਰਹੇ ਇਸ ਪੱਤਰ ਵਿਹਾਰ ਨੇ ਪੁਸਤਕ ਦਾ ਰੂਪ ਲੈਣਾ ਹੈ। ਸਾਰਿਆਂ ਦੀ ਜਾਣਕਾਰੀ ਲਈ ਸਾਹਿਬ ਸਿੰਘ ਜੀ ਵਾਲੇ ਅਰਥਾਂ ਸਮੇਤ ਪੂਰਾ ਗੁਰੂ ਸ਼ਬਦ ਲਿਖਿਆ ਜਾ ਰਿਹਾ ਹੈ। ਦੂਧ ਤਾਂ ਬਸ਼ਰੇ ਥਨੋਂ ਬਿਟਾਰਿਓ ਫੂਲ ਪਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋਂ ਅਵਰ ਨ ਫੂਲ ਅਨੂਪ ਨ ਪਾਮੂ ਰਹੋ ਮੈਲਾ ਗਰ ਬੇਰਹਿ ਹੈ ਭੁਯੰਗਾ ਬਿਖ ਅੰਮ੍ਰਿਤ ਬਸੈ ਇੱਕ ਸੰਗਾ ਧੂਪ ਦੀਪ ਨਹੀਂ ਬੇਦੇ ਬਾਸਾ ਕੈਸੇ ਪੂਜ ਕਰੈ ਤੇਰੀ ਦਾਸਾ ਤਨ ਮਨ ਅਰਪੋਂ ਪੂਜ ਚਰਾਵੋਂ ਗੁਰ ਪ੍ਰਸਾਦ ਨਿਰੰਜਨ ਪਾਵੋਂ ਪੂਜਾ ਅਰਚਾ ਅਹ ਨ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ। ਪੰਨਾ 525। ਅਰਥ ਦੁੱਧ ਤਾਂ ਥਣਾ ਤੋਂ ਹੀ ਵੱਛੇ ਨੇ ਜੂਠਾ ਕਰ ਦਿੱਤਾ, ਫੁੱਲ ਭੌਰੇ ਨੇ ਸੁੰਘ ਕੇ ਤੇ ਪਾਣੀ ਮੱਛੀ ਨੇ ਖਰਾਬ ਕਰ ਦਿੱਤਾ। ਸੋ ਇਹ ਤਿੰਨੇ ਜੂਠੇ ਹੋ ਜਾਣ ਕਰਕੇ ਪ੍ਰਭੂ ਅੱਗੇ ਭੇਟ ਕਰਨ ਯੋਗ ਨਹੀਂ ਰਹਿ ਗਏ। ਹੇ ਮਾਂ ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿੱਥੋਂ ਕੋਈ ਚੀਜ਼ ਲੈ ਕੇ ਭੇਟ ਕਰਾਂ? ਕੋਈ ਹੋਰ ਸੁੱਚਾ ਫੁੱਲ ਆਦਿਕ ਮਿਲ ਨਹੀਂ ਸਕਦਾ। ਕੀ ਮੈਂ ਇਸ ਘਾਟ ਕਰਕੇ ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ? ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ ਤੇ ਉਹਨਾਂ ਨੇ ਚੰਦਨ ਨੂੰ ਜੂਠਾ ਕਰ ਦਿੱਤਾ ਹੈ। ਜ਼ਹਿਰ ਤੇ ਅੰਮ੍ਰਿਤ ਵੀ ਸਮੁੰਦਰ ਵਿੱਚ ਇਕੱਠੇ ਹੀ ਵਸਦੇ ਹਨ। ਸੁਗੰਧੀ ਆ ਜਾਣ ਕਰਕੇ ਧੂਪ ਦੀਪ ਤੇ ਨੈਵੇਦ ਵੀ ਜੂਠੇ ਹੋ ਜਾਂਦੇ ਹਨ। ਫਿਰ हे ਪ੍ਰਭੂ, ਜੇ ਮੈਂ ਤੇਰੀ ਪੂਜਾ ਇਹਨਾਂ ਚੀਜ਼ਾਂ ਨਾਲ ਕਰ ਸਕਦਾ ਹੋ ਸਕਦੀ ਹੋਵੇ ਤਾਂ ਇਹ ਜੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ ਤੇਰੇ ਭਗਤ ਕਿਸ ਤਰ੍ਹਾਂ ਤੇਰੀ ਪੂਜਾ ਕਰਨ? हे ਪ੍ਰਭੂ, ਮੈਂ ਆਪਣਾ ਤਨ ਮਨ ਅਰਪਣ ਕਰਦਾ, ਤੇਰੀ ਪੂਜਾ ਵਜੋਂ ਭੇਟ ਕਰਦਾ। ਇਸੇ ਭੇਟਾਂ ਨਾਲ ਹੀ ਸਤਿਗੁਰ ਦੀ ਮਿਹਰ ਦੀ ਬਰਕਤ ਨਾਲ ਤੈਨੂੰ ਮਾਇਆ ਰਹਿਤ ਨੂੰ ਲੱਭ ਸਕਦਾ। ਰਵਿਦਾਸ ਆਖਦਾ, हे ਪ੍ਰਭੂ, ਸੱਚੇ ਦੁੱਧ ਧੂਪ ਚੰਦਨ ਤੇ ਨੈਵੇਦ ਆਦਿਕ ਦੀ ਭੇਟਾਂ ਨਾਲ ਹੀ ਤੇਰੀ ਪੂਜਾ ਹੋ ਸਕਦੀ ਤਾਂ ਕਿਤੇ ਵੀ ਇਹ ਛਾਂ ਸੁੱਚੀਆਂ ਨਾ ਮਿਲਣ ਕਰਕੇ ਮੈਥੋਂ ਤੇਰੀ ਪੂਜਾ ਅਤੇ ਤੇਰੀ ਭਗਤੀ ਹੋ ਹੀ ਨਾ ਸਕਦੀ। ਤਾਂ ਫਿਰ हे ਪ੍ਰਭੂ, ਮੇਰਾ ਕੀ ਹਾਲ ਹੁੰਦਾ? ਦਾਸ ਜੀ ਤੁੱਛ ਬੁੱਧੀ ਅਨੁਸਾਰ ਇਸ ਗੁਰੂ ਫਰਮਾਨ ਦੀ ਪੰਕਤੀ ਦਾ ਆਪ ਜੀ ਦੇ ਵਿਸ਼ੇ ਨਾਲ ਕੋਈ ਮੇਲ ਨਹੀਂ ਬਣਦਾ। ਜ਼ਹਿਰ ਅਤੇ ਅੰਮ੍ਰਿਤ ਦੀ ਗੱਲ ਵੀ ਕਿਸੇ ਖਾਸ ਮਿਥਿਹਾਸਕ ਕੁਫਰ ਭੇਟ ਵੱਲ ਹੀ ਇਸ਼ਾਰਾ ਕਰ ਰਹੀ ਹੈ। ਉਂਝ ਆਪ ਜੀ ਦਾ ਇਹ ਕਥਨ ਬਿਲਕੁਲ ਸੱਚ ਹੈ ਕਿ ਜ਼ਹਿਰ ਅਤੇ ਅੰਮ੍ਰਿਤ ਵਿੱਚ ਕੋਈ ਦੂਰੀ ਨਹੀਂ ਹੈ, ਪਰ ਸੰਖੀਏ ਦੇ ਜਿਸ ਕੁਸ਼ਤੇ ਨੂੰ ਖਾ ਕੇ ਤੁਸੀਂ ਜੈਪੁਰ ਵਿਖੇ ਭਾਸ਼ਣ ਦੇਣ ਦੇ ਕਾਬਲ ਹੋ ਗਏ ਸੀ, ਜੇ ਚਮਚਾ ਹੋਰ ਲੈ ਲੈਂਦੇ ਤਾਂ ਉਸੇ ਅੰਮ੍ਰਿਤਮਈ ਕੁਸ਼ਤੇ ਨੇ ਕੁਝ ਹੋਰ ਹੀ ਰੰਗ ਵਿਖਾ ਦੇਣਾ ਸੀ। ਸੋ ਅਸਲੀ ਗੱਲ ਇਹੀ ਹੈ ਕਿ ਕਰਤੇ ਦਾ ਬਣਾਇਆ ਕੋਈ ਵੀ ਪਦਾਰਥ ਆਪਣੇ ਆਪ ਵਿੱਚ ਨਾ ਜ਼ਹਿਰ ਹੈ ਤੇ ਨਾ ਅੰਮ੍ਰਿਤ ਹੈ। ਵਰਤੋਂ ਦਾ ਸੰਜਮ ਅਤੇ ਢੰਗ ਉਸ ਨੂੰ ਅੰਮ੍ਰਿਤ ਅਤੇ ਉਸੇ ਪਦਾਰਥ ਨੂੰ ਜ਼ਹਿਰ ਬਣਾ ਦਿੰਦਾ ਹੈ। ਹਰ ਪ੍ਰਕਾਰ ਦੇ ਨਸ਼ੇ ਵਾਲੇ ਪਦਾਰਥ ਬੜੀਆਂ ਲਾਹੇਵੰਦ ਦਵਾਈਆਂ ਦਾ ਜ਼ਰੂਰੀ ਹਿੱਸਾ ਬਣਦੇ ਆ ਰਹੇ। ਸੋ ਉਸ ਪ੍ਰਭੂ ਖਸਮ ਦੀ ਕਿਰਤ ਨਿੰਦਣਯੋਗ ਨਹੀਂ ਹੈ। ਉਂਝ ਆਪ ਜੀ ਨੂੰ ਇਹ ਪਤਾ ਵੀ ਜ਼ਰੂਰ ਹੈ ਕਿ ਚੰਦਨ ਅਤੇ ਸੱਪਾਂ ਦੇ ਇੱਕੋ ਥਾਂ ਹੋਣ ਦੀ ਗੱਲ
ਗੁਰੂ ਬਾਣੀ ਵਿੱਚ ਇਉਂ ਵੀ ਹੋਈ ਹੈ। ਕਬੀਰ ਸੰਤ ਨ ਛਾਡੇ ਸੰਤਈ, ਜੋ ਕੋਟਕ ਮਿਲੇ ਅਸੰਤ। ਮੈਲਾਗਰ ਭੁਯੰਗਮ ਬੇੜਿਓ, ਤਾਂ ਸੀਤਲਤਾ ਨਾ ਤਜੰਤ। ਪੰਨਾ 1373। ਆਪ ਜੀ ਦਾ ਇਹ ਫਰਮਾਨ, ਔਲਾਦ ਨੂੰ ਮਨੁੱਖ ਨੇ ਗਵਾਇਆ ਹੈ, ਸਿਰਫ ਧਨ ਨੂੰ ਬਚਾਇਆ ਹੈ, ਤੇ ਹੁਣ ਔਲਾਦ ਦਾ ਰੋਣਾ ਪਿੱਟਣਾ ਕਿਹੜੀ ਗੱਲ ਹੈ। ਅਸਲੀ ਧਨ ਔਲਾਦ ਹੈ, ਤੇ ਉਸ 'ਤੇ ਮਿਹਨਤ ਚਾਹੀਦੀ ਹੈ, ਸਮਾਂ ਚਾਹੀਦਾ ਹੈ, ਵਕਤ ਚਾਹੀਦਾ। ਪਰ ਸਤਿਕਾਰਯੋਗ ਮਸਕੀਨ ਜੀਓ, ਕੀ ਔਲਾਦ ਅਥਵਾ ਧੀਆਂ ਪੁੱਤਰ ਮਾਇਆ ਨਹੀਂ ਹੈ? ਕੀ ਅਸਲ ਧਨ ਨਾਮ ਨਹੀਂ ਹੈ ਜੀ? ਫਿਰ ਔਲਾਦ ਦੀ ਸਾਂਭ ਸਰਖਲਾਈ ਵਾਲਾ ਆਪ ਜੀ ਦਾ ਉਪਦੇਸ਼ ਕਿ ਗੁਰੂ ਬਾਣੀ ਦੇ ਇਨ੍ਹਾਂ ਸ਼ਬਦਾਂ ਦੀਆਂ ਅੰਤਰੀਵ ਭਾਵਨਾਵਾਂ ਦੇ ਆਧਾਰ 'ਤੇ ਨਹੀਂ ਸੀ ਹੋਣਾ ਚਾਹੀਦਾ। ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ, ਤਿਸ ਕੇ ਕੁਲ ਲਾਗੀ ਗਾਰੀ। ਹਰ ਤਿਸ ਕੇ ਕੁਲ ਪ੍ਰਸੂਤ ਨ ਕਰਿਓ, ਤਿਸ ਵਿਧਵਾ ਕਰ ਮਹਤਾਰੀ। ਪੰਨਾ 1263। ਅਰਥ ਇਹ ਭਾਈ, ਜਿਸ ਮਨੁੱਖ ਨੇ ਇਹੋ ਜਿਹਾ ਹਰਨਾਮ ਵਿਸਾਰ ਦਿੱਤਾ, ਜਿਸ ਨੇ ਹਰ ਪ੍ਰਭੂ ਦੀ ਯਾਦ ਭੁਲਾ ਦਿੱਤੀ, ਉਹਦੀ ਸਾਰੀ ਕੁੱਲ ਨੂੰ ਹੀ ਗਾਲੀ ਲੱਗਦੀ, ਉਹਦੀ ਸਾਰੀ ਕੁੱਲ ਹੀ ਕਲੰਕਤ ਹੋ ਜਾਂਦੀ। ਹੇ ਹਰੀ, ਨਾਮਹੀਣ ਬੰਦੇ ਦੀ ਕੁੱਲ ਵਿੱਚ ਕਿਸੇ ਨੂੰ ਜਨਮ ਹੀ ਨਾ ਦੇਵੀਂ। ਉਸ ਨਾਮਹੀਣ ਮਨੁੱਖ ਦੀ ਮਾਂ ਨੂੰ ਹੀ ਵਿਧਵਾ ਕਰ ਦੇਵੀਂ, ਤਾਂ ਚੰਗਾ ਹੈ, ਤਾਂ ਕਿ ਨਾਮਹੀਣ ਘਰ ਵਿੱਚ ਕਿਸੇ ਦਾ ਜਨਮ ਹੀ ਨਾ ਹੋਵੇ। ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਤਾਰੀ। ਪੰਨਾ 328। ਅਰਥ, ਜਿਸ ਕੁਲ ਵਿੱਚ ਗਿਆਨ ਦੀ ਵਿਚਾਰ ਕਰਨ ਵਾਲਾ ਕੋਈ ਪੁੱਤਰ ਨਹੀਂ ਜੰਮਿਆ, ਉਸ ਦੀ ਮਾਂ ਰੰਡੀ ਕਿਉਂ ਨਾ ਹੋ ਗਈ। ਜਿਨ ਹਰ ਹਿਰਦੇ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇ ਫਿਰੇ ਬਿਨ ਨਾਵੇਂ, ਹੋਏ ਖੱਪ ਖੱਪ ਮੂਏ ਕਾਰਾਂਝਾ। ਪੰਨਾ 697। ਦੂਜਾ ਪੱਖ, ਗੁਰਬਾਣੀ ਵਿੱਚ ਮਾਤਾ ਨੂੰ ਧੰਨ ਧੰਨ ਵੀ ਬੜੀ ਵਾਰੀ ਕਿਹਾ ਹੈ। ਗੁਰਮਤਿ ਨਾਮ ਧਿਆਈਏ, ਸੁਖ ਰੱਜਾਂ ਜਾਂ ਤੁਧ ਪਾਇਆ। ਕੁਲ ਉਧਾਰੇ ਆਪਣਾ, ਧਨ ਜਣੇਂਦੀ ਮਾਇਆ। ਪੰਨਾ 138 ਅਤੇ 39। ਅਰਥ, ਪ੍ਰਭੂ ਦਾ ਨਾਮ ਗੁਰੂ ਦੀ ਸਿੱਖਿਆ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। ਹੇ ਪ੍ਰਭੂ, ਜਦੋਂ ਤੈਨੂੰ ਭਾਵੇ ਤਾਂ ਜੀਵ ਤੇਰੇ ਨਾਮ ਦੇ ਸੁੱਖ ਵਿੱਚ ਟਿਕ ਕੇ ਤ੍ਰਿਪਤ ਹੁੰਦਾ ਹੈ। ਧੰਨ ਹੈ ਉਸ ਜੀਵ ਦੀ ਜੰਮਣ ਵਾਲੀ ਮਾਂ। ਨਾਮ ਦੀ ਬਰਕਤ ਨਾਲ ਉਹ ਆਪਣਾ ਖਾਨਦਾਨ ਹੀ ਵਿਕਾਰਾਂ ਤੋਂ ਬਚਾ ਲੈਂਦਾ ਹੈ। ਸ਼ਬਦ ਮਰੇ ਮਨ ਮਾਰ, ਧਨ ਜਣੇਂਦੀ ਮਾਇਆ। ਦਰ ਸੱਚੇ ਸਚਿਆਰ, ਸੱਚਾ ਆਇਆ। ਪੰਨਾ 1286। ਅਰਥ, ਉਸ ਮਨੁੱਖ ਦੀ ਮਾਂ ਭਾਗਾਂ ਵਾਲੀ ਹੈ ਜੋ ਗੁਰੂ ਸ਼ਬਦਾਂ ਦੀ ਰਾਹੀਂ ਮਨ ਨੂੰ ਵਸ ਵਿੱਚ ਲਿਆ ਕੇ ਮਾਇਆ ਦੇ ਮੋਹ ਵੱਲੋਂ ਮਾਨੋ ਮਰ ਜਾਂਦਾ ਹੈ। ਉਹ ਮਨੁੱਖ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਸੱਚਾ ਤੇ ਸੱਚ ਦਾ ਵਪਾਰੀ ਮੰਨਿਆ ਜਾਂਦਾ ਹੈ। ਧੰਨ ਸੋ ਵੰਸ, ਧੰਨ ਸੋ ਪਿਤਾ, ਧੰਨ ਸੋ ਮਾਤਾ। ਜਿਨ ਜਨ ਜਣੇ, ਜਿਨ ਸਾਸ ਗਿਰਾਸ ਧਿਆਇਆ ਮੇਰਾ ਹਰ ਹਰ। ਸੇ ਸਾਚੀ ਦਰਗਾਹ ਹਰ ਜਨ ਬਣੇ। ਪੰਨਾ 1135। ਵਿਖਿਆ ਮਾਏ ਉਦਾਸ ਹੈ, ਹਉਮੈ ਸ਼ਬਦ ਜਲਾਇਆ। ਆਪ ਤਰਿਆ ਕੁਲ ਉਧਰੇ, ਧੰਨ ਜਣੇਂਦੀ ਮਾਇਆ। ਪੰਨਾ 852। ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ। ਦਰ ਸੇਵਨ ਸੰਤ ਜਨ ਖੜੇ, ਪਾਹਿਨ ਗੁਣੀ ਨਿਧਾਨ। ਪੰਨਾ 32। ਪਰ ਆਪ ਜੀ ਦੇ ਭਾਸ਼ਣ ਦਾ ਅਸਲ ਵਿਸ਼ਾ ਤਾਂ ਕਾਮ ਦੇਵਤਾ ਨੂੰ ਅਧਿਕ ਸ਼ਕਤੀ ਸਿੱਧ ਕਰਨ ਦਾ ਅਥਵਾ ਉਸ ਦੀ ਪੂਜਾ ਦਾ ਸੀ। ਚੰਗੀ ਮਾੜੀ ਔਲਾਦ ਦੀ ਗੱਲ ਛੇੜਨੀ ਸ਼ਾਇਦ ਪ੍ਰਚਾਰ ਕਲਾ ਦਾ ਜ਼ਰੂਰੀ ਹਿੱਸਾ ਹੋਵੇ। ਉਪਰੋਕਤ ਗੁਰੂ ਸ਼ਬਦਾਂ ਨਾਲ ਇੱਥੇ ਆਪ ਜੀ ਦਾ ਕੀ ਵਾਸਾ। ਹੋ ਚੁੱਕੀ ਭੁੱਲ ਲਈ ਦਾਸ ਨੂੰ ਖਿਮਾ ਬਖਸ਼ਿਸ਼ ਕਰਨੀ ਜੀ। ਆਪ ਜੀ ਦਾ ਫਰਮਾਨ, ਸ਼ਕਤੀ ਹੈ ਮਨੁੱਖ ਦੇ ਕੋਲ, ਜ਼ਹਿਰ ਬਣੇਗੀ, ਅੰਮ੍ਰਿਤ ਬਣੇਗੀ। ਬਿਕ ਅੰਮ੍ਰਿਤ ਬਸੇ ਇੱਕ ਸੰਗਾ। ਉਸੇ ਸ਼ਕਤੀ ਦਾ ਨਾਂ ਹੈ ਕਾਮ, ਹੋਰ ਸ਼ਕਤੀ ਨਹੀਂ ਮਨੁੱਖ ਦੇ ਕੋਲ। ਤੁਸੀਂ ਆਖੋਗੇ, ਮੈਂ ਕਿਸ ਵਿਸ਼ੇ ਨੂੰ ਛੋਹਿਆ? ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਨਾ ਹੁੰਦਾ, ਮੈਂ ਨਹੀਂ ਛੋਹਣਾ ਸੀ। ਕਲ ਕਲ ਵਾਲੀ ਕਾਮ ਮਦ ਮਨੁਆ, ਪਿਆਵਨ ਹਾਰ। ਕ੍ਰੋਧ ਕਟੋਰੀ ਮੋਹ ਭਰੀ, ਪਿਲਾਵਾ ਹੰਕਾਰ। ਮਜਲਸ ਕੂੜੇ ਲੱਭ ਕੀ, ਪੀ ਪੀ ਹੋਏ ਖੁਆਰ। ਜੇ ਕ੍ਰੋਧ ਤੇ ਵਿਆਖਿਆ ਕੀਤੀ ਜਾ ਸਕਦੀ ਹੈ, ਲੋਭ ਤੇ ਕੀਤੀ ਜਾ ਸਕਦੀ ਹੈ, ਹੰਕਾਰ ਤੇ ਕੀਤੀ ਜਾ ਸਕਦੀ ਹੈ, ਮੋਹ ਦੀਆਂ ਧੱਜੀਆਂ ਉਡਾਈਆਂ ਜਾ ਸਕਦੀਆਂ ਹਨ, ਤੇ ਇੱਕੋ ਹੀ ਵਿਸ਼ਾ ਜਿਸ ਦੀ ਚਰਚਾ ਨਹੀਂ ਹੋਵੇਗੀ, ਜੇ ਨਹੀਂ ਹੋਵੇਗੀ ਤਾਂ ਜ਼ਿੰਦਗੀ ਭ੍ਰਿਸ਼ਟ ਹੋ ਜਾਵੇਗੀ।
ਨਹੀਂ ਹੋਵੇਗੀ ਤਾਂ ਮਨੁੱਖ ਅਗਿਆਨੀ ਰਹਿ ਜਾਵੇਗਾ, ਨਾ ਸਮਝ ਰਹਿ ਜਾਵੇਗਾ, ਇਹ ਵੀ ਮੌਤ। ਆਓ ਆਪ ਜੀ ਦੇ ਕਥਨ ਵਾਲੇ ਮਹਾਨ ਟੀਕਾਕਾਰ ਸਾਹਿਬ ਸਿੰਘ ਜੀ ਦੇ ਕੀਤੇ ਹੀ ਅਰਥਾਂ ਦੇ ਆਧਾਰ 'ਤੇ ਸਤਿਗੁਰਾਂ ਦੇ ਇਸ ਪਾਵਨ ਗੁਰੂ ਵਾਕ ਸ਼ਲੋਕ ਮਰਦਾਨਾ ਪਹਿਲਾ ਨੂੰ ਵਿਚਾਰ ਲੈਂਦੇ ਹਨ। ਕਲ ਕਲ ਵਾਲੀ ਕਾਮ ਮਦ ਮਨੁਆ ਪੀਵਨ ਹਾਰ, ਕ੍ਰੋਧ ਕਟੋਰੀ ਮੋਹ ਭਰੀ ਪੀ ਲਾਵਾ ਅਹੰਕਾਰ, ਮਜਲਸ ਕੂੜੇ ਲੱਭ ਕੀ ਪੀਪੀ ਹੋਏ ਖੁਵਾਰ, ਕਰਨੀ ਲਾਹਣ ਸਤ ਗੁੜ ਸੱਚ ਸਰਾ ਕਰ ਸਾਰ, ਗੁੜ ਮੰਡੇ ਕਰ ਸੀਲ ਕਿਉ ਸ਼ਰਮ ਮਾਸ ਆਹਾਰ, ਗੁਰਮੁਖ ਪਾਈਐ ਨਾਨਕਾ ਖਾਦੇ ਜਾਹੇ ਬੇਕਾਰ। ਪੰਨਾ 553। ਅਰਥ, ਕਲਯੁਗੀ ਸੁਭਾਓ ਮਾਨੋ ਸ਼ਰਾਬ ਕੱਢਣ ਵਾਲੀ ਮੱਟੀ ਹੈ। ਕਾਮ ਮਾਨੋ ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ ਮਨੁੱਖ ਦਾ ਮਾਣ ਹੈ। ਮੋਹ ਨਾਲ ਭਰੀ ਹੋਈ ਕ੍ਰੋਧ ਹੀ ਮਾਨੋ ਕਟੋਰੀ ਹੈ ਤੇ ਹੰਕਾਰ ਮਾਨੋ ਪਿਲਾਉਣ ਵਾਲਾ ਹੈ। ਕੂੜੇ ਲੱਭ ਦੀ ਮਾਨੋ ਮਜਲਸ ਹੈ ਜਿਸ ਵਿੱਚ ਬਹਿ ਕੇ ਮਨ ਕਾਮ ਦੀ ਸ਼ਰਾਬ ਨੂੰ ਪੀ ਪੀ ਕੇ ਖੁਆਰ ਹੁੰਦਾ ਹੈ। ਪਰ ਹੇ ਭਾਈ, ਚੰਗੀ ਕਰਨੀ ਨੂੰ ਸ਼ਰਾਬ ਕੱਢਣ ਵਾਲੀ ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਬਣਾ, ਗੁਣਾਂ ਨੂੰ ਮੰਡੇ, ਸੀਤਲ ਸੁਭਾਅ ਨੂੰ ਘਿਓ ਤੇ ਸ਼ਰਮ ਨੂੰ ਮਾਸ, ਇਹ ਸਾਰੀ ਖੁਰਾਕ ਬਣਾ। ਇਹ ਨਾਨਕ, ਇਹ ਖੁਰਾਕ ਸਤਿਗੁਰ ਦੇ ਸਨਮੁਖ ਹੋਇਆਂ ਮਿਲਦੀ ਹੈ ਤੇ ਇਸ ਦੇ ਖਾਦਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। ਉਪਰੋਕਤ ਗੁਰੂ ਫਰਮਾਨ ਵਿੱਚ ਕੇਵਲ ਕਾਮ ਦੀ ਗੱਲ ਨਹੀਂ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਗੱਲ ਵੀ ਨਾਲ ਹੀ ਹੈ। ਪਰ ਆਪ ਜੀ ਨੇ ਗੱਲ ਕਰਨ ਦੀ ਵਿਧੀ ਨਾਲ ਸਰੋਤਿਆਂ ਦੇ ਮਨਾਂ ਵਿੱਚ ਪ੍ਰਭਾਵ ਇਹੀ ਬਿਠਾਇਆ ਹੈ ਕਿ ਸਤਿਗੁਰਾਂ ਨੇ ਕਾਮ ਨੂੰ ਅਧਿਕ ਸ਼ਕਤੀ ਕਿਹਾ ਹੈ ਕਿ ਆਪਣੀ ਮਰਜ਼ੀ ਦੇ ਵਿਸ਼ੇ ਨੂੰ ਗੁਰਮਤਿ ਸਿੱਧ ਕਰਨ ਲਈ ਗੁਰਬਾਣੀ ਦੀ ਵਰਤੋਂ ਕਰ ਲੈਣ ਵਿੱਚ ਕੋਈ ਖੁਨਾਮੀ ਨਹੀਂ ਹੈ ਜੀ। ਸਿਰ ਤੋਂ ਪੈਰਾਂ ਤੱਕ ਨਗਨ ਜਵਾਨ ਇਸਤਰੀ ਮਰਦ ਆਪਸ ਵਿੱਚ ਕਈ ਆਸਣਾਂ ਨਾਲ ਭੋਗ ਕਰ ਰਹੇ, ਮੂਰਤੀਆਂ ਦੀ ਸ਼ਕਲ ਵਿੱਚ ਦਰਸਾਏ ਹੋਏ ਮੰਦਰਾਂ ਵਾਲੇ ਨਗਰ ਦੀਆਂ ਰੌਣਕਾਂ ਦਾ ਜ਼ਿਕਰ ਕਰਨ ਉਪਰੰਤ ਅੱਗੇ ਤੁਹਾਡਾ ਫਰਮਾਨ ਇਉਂ ਹੈ। ਹੈਰਾਨਗੀ ਹੋਈ ਮੈਨੂੰ, ਇਹ ਕੀ ਹੋ ਗਿਆ ਇਹਨਾਂ ਪੁਰਾਣੇ ਰਿਸ਼ੀਆਂ ਮੁਨੀਆਂ ਨੂੰ, ਇਹ ਕੀ ਕੀਤਾ ਇਹਨਾਂ ਨੇ ਮੰਦਰ ਔਰ ਫਿਰ ਗੁਰਾਨਕ ਦਾ ਮੰਦਰ, ਜਗਨਨਾਥਪੁਰੀ ਦਾ ਮੰਦਰ। ਇਹਨਾਂ ਮੰਦਰਾਂ 'ਚ ਗੁਰੂ ਬਾਬਾ ਜੀ ਗਏ ਨੇ, ਗੁਰੂ ਨਾਨਕ ਦੇਵ ਜੀ ਜਗਨਨਾਥਪੁਰੀ ਗਏ ਨੇ, ਕੋਨਾਰਕ ਗਏ ਨੇ, ਯਾਦਗਾਰੀ ਅਸਥਾਨ ਬਣੇ ਨੇ। ਇਹ ਵੀ ਮੈਂ ਅਰਜ਼ ਕਰਦਿਆਂ, ਸਤਿਗੁਰ ਦੇ ਵਕਤ ਇਹਨਾਂ ਮੰਦਰਾਂ 'ਚ ਪਾਠ ਪੂਜਾ ਚੱਲਦਾ ਸੀ। ਅੱਜ ਜਗਨਨਾਥਪੁਰੀ 'ਚ ਹੈ ਪੂਜਾ ਪਾਠ, ਥੋੜ੍ਹਾ ਬਹੁਤ ਕੋਨਾਰਕ ਵਿੱਚ ਵੀ ਹੈ, ਲੇਕਿਨ ਖੁਜ਼ਾਰੋਹ 'ਚ ਨਹੀਂ ਰਹਿ ਗਿਆ। ਹਜ਼ਾਰਾਂ ਦੀ ਭੀੜ ਰੋਜ਼ ਆਉਂਦੀ ਹੈ, ਰੋਜ਼ ਜਾਂਦੀ ਹੈ। ਮੂਰਤੀਆਂ ਕਾਮ ਦੀਆਂ ਸਟੱਡੀ ਕਰਦਿਆਂ ਕਰਦਿਆਂ ਕੁਝ ਗੱਲ ਮੇਰੇ ਸਾਹਮਣੇ ਆਈ। ਜ਼ਿੰਦਗੀ ਇੱਕ ਮੰਦਰ ਹੈ, ਸਰੀਰ ਦੇ ਤਲ 'ਤੇ ਕਾਮ ਹੀ ਕਾਮ, ਬਾਹਰ ਮੂਰਤੀ ਤੇ ਕਾਮ ਦੀ ਹੈ। ਅੰਦਰ ਕਾਮ ਹੈ, 9 ਦਿਨ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ। ਅੰਦਰ ਕਾਮ ਹੈ, ਬਾਹਰ ਕਾਮ ਹੈ। ਉਹ ਜਿਹੜਾ ਅੰਦਰ ਨਾਮ ਹੈ ਉਹ ਸਿੱਧਾ ਪਰਮਾਤਮਾ ਤੋਂ ਆਇਆ। ਇਹ ਜਿਹੜੀ ਕਾਇਆ ਹੈ ਇਹ ਆਈ ਕਾਮ ਤੋਂ, ਇਹ ਆਈ ਕਾਮ ਤੋਂ ਹੈ। ਤੇ ਕਾਇਆ ਦੇ ਰੋਮ ਰੋਮ ਵਿੱਚ ਕਾਮ ਹੈ, ਅੰਦਰ ਚੇਤਨਾ ਦੇ ਰੋਮ ਰੋਮ ਦੇ ਵਿੱਚ ਨਾਮ ਹੈ। ਆਪਣੇ ਭਾਸ਼ਣ ਦੇ ਉਪਰੋਕਤ ਭਾਗ ਵਿੱਚ ਤੁਸਾਂ ਮਨੁੱਖ ਦੀ ਉਸ ਕਮਜ਼ੋਰੀ ਨੂੰ ਵੀ ਉਜਾਗਰ ਕੀਤਾ ਹੈ ਜਿਹੜੀ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਰੱਬੀ ਕਮਾਲ ਦੇ ਦਰਸ਼ਨਾਂ ਤੋਂ ਠੰਡ ਮਾਨਣ ਦੀ ਗੱਲ ਭੁੱਲ ਭੁਲਾ ਕੇ ਉਤੇਜਨਾ ਪੈਦਾ ਕਰਨ ਵਾਲੀ ਅਸ਼ਲੀਲਤਾ ਨੂੰ ਵੇਖਣ ਲਈ ਮਨੁੱਖਾਂ ਨੂੰ ਬੌਰਾ ਬਣਾ ਰਹੀ ਹੁੰਦੀ ਹੈ। ਆਪ ਜੀ ਦੀ ਸ਼ਬਦਾਵਲੀ ਅਤੇ ਬੋਲਣ ਦੇ ਅੰਦਾਜ਼ ਤੋਂ ਸਿੱਧ ਹੁੰਦਾ ਹੈ ਕਿ ਇਹੀ ਅਸ਼ਲੀਲਤਾ ਵੇਖਣ ਲਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਬੌਰੇ ਹੋਏ। ਉਹ ਕਾਮ ਮੰਦਰਾਂ ਦੀ ਯਾਤਰਾ ਨੂੰ ਜਾਂਦੇ ਰਹੇ ਸਨ। ਅਸ਼ਲੀਲਤਾ ਦੇ ਦਰਸ਼ਨਾਂ ਦੀ ਯਾਤਰਾ 'ਤੇ ਜਾਣ ਵਾਲੀ ਝੂਠ ਗੱਲ ਨੂੰ ਅਣਜਾਣ ਸਰੋਤੇ ਲਈ ਸੱਚ ਬਣਾਉਂਦਿਆਂ ਤੁਸਾਂ ਇਹ ਵੀ ਕਿਹਾ ਕਿ ਉਹਨਾਂ ਥਾਵਾਂ ਦੀ ਯਾਤਰਾ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਹਨ। ਫਿਰ ਗੁਰੂ ਨਾਨਕ ਸਾਹਿਬ ਜੀ ਦੀ ਉਹਨਾਂ ਕਾਮ ਮੰਦਰਾਂ ਦੀ ਕਥਿਤ ਯਾਤਰਾ ਨੂੰ ਧਰਮ ਦਾ ਅੰਗ ਹੋਣ ਦਾ ਭਰਮ ਪੈਦਾ ਕਰਕੇ ਝੂਠ ਨੂੰ ਪੂਰਨ ਸੱਚ ਬਣਾਉਣ ਵਾਲਾ ਤੁਹਾਡਾ ਇਹ ਫਰਮਾਨ ਕਿ ਉਨੀ ਦਿਨੀ ਉਹਨਾਂ ਮੰਦਰਾਂ ਵਿੱਚ ਪੂਜਾ ਪਾਠ ਵੀ ਹੁੰਦੀ ਸੀ। ਦੇਵੀ ਦੇਵਤੇ ਦੀ ਪੂਜਾ ਪਾਠ ਨਾਲ, ਖਾਸ ਕਰਕੇ ਕਾਮ ਦੇਵਤਾ ਦੀ ਪੂਜਾ ਪਾਠ ਨਾਲ ਗੁਰਦੇਵ ਜੀ ਦਾ ਕੀ ਨਾਤਾ? ਇਸ ਪੱਖੋਂ ਗੰਭੀਰ ਚੁੱਪ। ਇਹ ਕਿਵੇਂ ਮੰਨ ਲਿਆ ਜਾਵੇ
ਕਿ ਆਪ ਜੀ ਇਸ ਪੱਖੋਂ ਅਣਜਾਣ ਹੋ ਕਿ ਪ੍ਰਾਹੁਣਾਚਾਰੀਆਂ ਨੇ ਭੋਗ ਵਿਲਾਸ ਨੂੰ ਹੀ ਕਾਮ ਦੇਵਤਾ ਦੀ ਪੂਜਾ ਲਿਖਿਆ ਹੈ। ਹੈਰਾਨੀ ਹੈ ਕਿ ਇੱਕ ਪਾਸੇ ਆਪਣੀ ਪੁਸਤਕ ਗੁਰੂ ਜੋਤੀ ਦੇ ਸਫ਼ੇ 38 ਤੇ ਹਰ ਕਰਮ ਇੱਕ ਬੀਜ ਹੈ, ਹਰ ਕਰਮ ਦਾ ਸੰਸਕਾਰ ਬਣਦਾ ਹੈ ਤੇ ਸੰਸਕਾਰਾਂ ਦੇ ਇਕੱਠ ਤੋਂ ਸੁਭਾਅ ਬਣਦਾ ਹੈ ਤੇ ਸੁਭਾਅ ਹੀ ਦੁੱਖ ਸੁੱਖ ਨੂੰ ਜਨਮ ਦਿੰਦਾ ਹੈ। ਦੁੱਖ ਸੁੱਖ ਦੇ ਫਲ ਕਰਮਾਂ ਦੇ ਬੀਜ ਤੋਂ ਪ੍ਰਫੁੱਲਤ ਹੁੰਦੇ ਹਨ। ਲਿਖਣ ਵਾਲੇ ਮਸਕੀਨ ਸਾਹਿਬ ਜੀਓ, ਕੀ ਤੁਸੀਂ ਅੱਖੀਆਂ ਨਾਲ ਵੇਖਣ ਨੂੰ ਕਰਮ ਨਹੀਂ ਮੰਨਦੇ ਹੋ ਕਿ ਕਾਮ ਅਗਨੀ ਨੂੰ ਉਤੇਜਿਤ ਕਰਨ ਵਾਲੇ ਨਗਨ ਇਸਤਰੀ ਮਰਦਾਂ ਵੱਲੋਂ ਕਈ ਆਸਣਾਂ ਵਿੱਚ ਕੀਤਾ ਜਾ ਰਿਹਾ ਭੋਗ ਤਮਾਸ਼ਾ ਕੀ ਕਾਮ ਰੁਚੀਆਂ ਵਧਾਉਣ ਵਾਲੇ ਸੰਸਕਾਰਾਂ ਨੂੰ ਹੋਰ ਵੀ ਵੱਧ ਡੂੰਘਾ ਨਹੀਂ ਉਕਰਦਾ। ਅਸ਼ਲੀਲਤਾ ਦਾ ਨੰਗਾ ਨਾਚ ਵੇਖਣ ਨੂੰ ਰੱਬੀ ਮਿਲਾਪ ਦਾ ਸਾਧਨ ਤੁਸੀਂ ਗੁਰੂ ਬਾਣੀ ਦੇ ਕਿਸ ਗੁਰੂ ਫਰਮਾਨ ਦੇ ਆਧਾਰ 'ਤੇ ਪ੍ਰਚਾਰ ਰਹੇ ਹੋ? ਕੀ ਤੁਸੀਂ ਕੋਈ ਅਜਿਹਾ ਸ਼ਬਦ ਲਿਖ ਸਕਦੇ ਹੋ ਜਿਸ ਤੋਂ ਅਜਿਹੀਆਂ ਕਾਮ ਮੂਰਤੀਆਂ ਵੇਖਣ ਦੀ ਸਹਿਮਤੀ ਵਿੱਚ ਸ੍ਰੀ ਗੁਰੂ ਨਾਨਕ ਜੀ ਦਾ ਮਾੜਾ ਮੋਟਾ ਵੀ ਸੰਕੇਤ ਜ਼ਾਹਰ ਹੋ ਸਕਦਾ ਹੋਵੇ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ ਕਿ ਪ੍ਰਭੂ ਦੇ ਹੁਕਮ ਰੂਪੀ ਨਿਯਮ ਅਨੁਸਾਰ ਜੀਵ ਜਿਵੇਂ ਦੇਖਦੇ ਹਨ ਤਿਹੋ ਜਿਹਾ ਉਹਨਾਂ ਦਾ ਆਪਣਾ ਸਰੂਪ ਬਣਦਾ ਜਾਂਦਾ ਹੈ। ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤਿਹਾ ਵੇਖ। ਪੰਨਾ 466। ਅਰਥ, ਇਹ ਨਾਨਕ ਜੀਵ ਜਿਵੇਂ ਵੇਖਦੇ ਹਨ ਤਿਹੋ ਜਿਹਾ ਉਹਨਾਂ ਦਾ ਸਰੂਪ ਬਣ ਜਾਂਦਾ ਹੈ। ਭਾਵ ਜਿਸ ਜਿਸ ਨੀਅਤ ਨਾਲ ਦੂਜੇ ਮਨੁੱਖਾਂ ਨਾਲ ਵਰਤਦੇ ਹਨ ਉਸੇ ਤਰ੍ਹਾਂ ਦੇ ਅੰਦਰ ਸੰਸਕਾਰ ਇਕੱਠੇ ਹੋ ਕੇ ਉਹੋ ਜਿਹਾ ਉਹਨਾਂ ਦਾ ਆਪਣਾ ਵੱਖਰਾ ਮਾਨਸਿਕ ਸਰੂਪ ਬਣ ਜਾਂਦਾ ਹੈ। ਉਹੋ ਜਿਹੀ ਉਹਨਾਂ ਦੀ ਵੱਖਰੀ ਹਸਤੀ ਬਣ ਜਾਂਦੀ ਹੈ, ਉਹੋ ਜਿਹੀ ਉਹਨਾਂ ਦੀ ਹਉਂ ਬਣ ਜਾਂਦੀ ਹੈ। ਪਰ ਇਹ ਲੇਖ ਵੀ ਰੱਬ ਦੇ ਹੁਕਮ ਵਿੱਚ ਹੀ ਲਿਖਿਆ ਜਾਂਦਾ ਹੈ। ਸੱਚ ਨਾਲ ਜੋੜਨ ਵਾਲੇ ਸੱਚ ਨੂੰ ਹੀ ਸਦਾ ਵੇਖਣ ਸੁਣਨ ਬਾਰੇ ਸਤਿਗੁਰਾਂ ਦਾ ਫਰਮਾਨ। ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ, ਸੱਚੀ ਸਾਖੀ ਉਪਦੇਸ਼ ਸੱਚ, ਸੱਚੇ ਸੱਚੀ ਸੋਏ, ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ। ਪੰਨਾ 69। ਅਰਥ, ਜਿਹੜਾ ਮਨੁੱਖ ਹਰ ਥਾਂ ਪ੍ਰਭੂ ਨੂੰ ਹੀ ਵੇਖਦਾ ਹੈ, ਸਦਾ ਥਿਰ ਪ੍ਰਭੂ ਹੀ ਜਿਸ ਨੂੰ ਬੋਲਦਾ ਦਿਸ ਰਿਹਾ ਹੈ, ਉਸ ਦੇ ਗਿਆਨ ਇੰਦਰੇ ਮਾਇਆ ਦੇ ਹੱਲਿਆਂ ਵੱਲੋਂ ਅਤੇ ਉਸ ਦਾ ਮਨ ਵਿਕਾਰਾਂ ਦੇ ਹੱਲਿਆਂ ਵੱਲੋਂ ਅਡੋਲ ਹੋ ਜਾਂਦਾ ਹੈ। ਉਸ ਲਈ ਉਪਦੇਸ਼ ਅਤੇ ਸਿੱਖਿਆ ਪ੍ਰਭੂ ਦਾ ਸਿਮਰਨ ਹੀ ਹੈ। ਪ੍ਰਭੂ ਦਾ ਰੂਪ ਹੋ ਚੁੱਕੇ ਉਸ ਵਡਭਾਗੇ ਮਨੁੱਖ ਦੀ ਸ਼ੋਭਾ ਅਟੱਲ ਹੋ ਜਾਂਦੀ ਹੈ। ਪਰ ਜਿਨ੍ਹਾਂ ਨੇ ਸੱਚ ਸਦਾ ਥਿਰ ਪ੍ਰਭੂ ਨੂੰ ਭੁਲਾਈ ਰੱਖਿਆ, ਉਹ ਜ਼ਿੰਦਗੀ ਵਿੱਚ ਵੀ ਦੁਖੀ ਰਹੇ ਅਤੇ ਇੱਥੋਂ ਤੁਰੇ ਵੀ ਦੁਖੀ ਹੋ ਕੇ। ਕਾਮ ਕ੍ਰੀੜਾ ਦੇ ਆਸਣਾ ਵਾਲੀ ਝੂਠ ਅਸ਼ਲੀਲਤਾ ਵਿੱਚ ਕਿਸ ਪ੍ਰਕਾਰ ਦੇ ਸੱਚ ਦੇ ਦਰਸ਼ਨ ਕਰਨੇ ਸਨ? ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੇ ਹੀ ਲਿਖੇ ਸਿਧਾਂਤ ਦੀ ਖੰਡਨਾ ਵਾਲਾ ਕੋਈ ਵੀ ਕਰਮ ਕਦੇ ਨਹੀਂ ਸਨ ਕਰ ਸਕਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸੁਣਨ ਕਿਰਿਆ ਬਾਰੇ ਹੇਠ ਲਿਖਿਆ ਉਪਦੇਸ਼ ਕੀ ਉਸੇ ਮਹਾਨ ਗੁਰੂ ਪਰਮੇਸ਼ਰ ਜੀ ਦਾ ਨਹੀਂ ਹੈ ਜਿਨ੍ਹਾਂ ਨੂੰ ਕਾਮ ਅਗਨੀ ਨੂੰ ਭੜਕਾਉਣ ਵਾਲੀ ਅਸ਼ਲੀਲਤਾ ਦੀ ਯਾਤਰਾ ਲਈ ਜਾਂਦੇ ਰਹੇ ਦਰਸਾਰੇ ਹੋ? ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਪੰਨਾ 820। ਉਸ ਬੇਸੁਰੇ ਕਾਮ ਰਾਗ ਦੇ ਆਲਾਪ ਵਿੱਚ ਗੁਰੂ ਬਾਣੀ ਦੀ ਇਹ ਤੁਕ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ, ਅਜੋਗ ਢੰਗ ਨਾਲ ਵਰਤੀ ਅਨੁਭਵ ਹੋਈ ਹੈ। ਖਜੁਰਾਹੋ ਦੀ ਅਸ਼ਲੀਲਤਾ ਨਾਲ ਜੋੜਨ ਦੀ ਖੇਚਲ ਕਰਨ ਦੇ ਥਾਂ ਉਸ ਪਾਵਨ ਪੰਕਤੀ ਨੂੰ ਉਸੇ ਥਾਂ ਨਾਲ ਜੋੜ ਕੇ ਸਰੋਤਿਆਂ ਨੂੰ ਉਸ ਦੇ ਸਹੀ ਅਰਥ ਮਸਕੀਨ ਜੀ ਤੁਸਾਂ ਨਾ ਕਰਾਏ ਤਾਂ ਫਿਰ ਉਪਕਾਰ ਹੋਰ ਕੌਣ ਕਰਨ ਲੱਗਾ ਹੈ ਜੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅਸ਼ਟਪਦੀ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦਿਸ਼ਟਾਹੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ, ਸੁਨ ਸਮਾਦ ਅਨਹ ਤੈਨਾਦ, ਕਹਿ ਨਾ ਜਾਈ ਅਚਰਜ ਬਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਪੰਨਾ 293। ਰੱਬ ਦਾ ਜਾਂ ਰੱਬੀ ਸ਼ਕਤੀਆਂ ਦਾ ਟਿਕਾਣਾ ਕਿਸੇ ਕੋਠੇ ਖਜਰਾਹੋ ਦੇ ਮੰਦਰਾਂ ਅੰਦਰ ਰਾਮ ਤੇ ਬਾਹਰ ਕਾਮ ਵਿੱਚ ਸੀਮਤ ਹੋ ਸਕਦਾ ਹੁੰਦਾ ਤਾਂ ਮੱਕੇ ਜਾ ਕੇ ਕਾਬੇ ਵੱਲ ਪੈਰ ਪਸਾਰ ਕੇ ਬਾਬਾ ਜੀ ਨੂੰ ਲੇਟਣ ਦੀ ਕੀ ਲੋੜ ਸੀ? ਗੱਲ ਮਨੁੱਖਾ ਸਰੀਰ ਦੀ ਹੈ। ਇੱਟਾਂ ਗਾਰੇ ਦੇ ਬਣੇ ਕਿਸੇ ਕੋਠੇ ਵਿੱਚ
ਰੱਬੀ ਮਿਲਾਪ ਦਾ ਅੱਡਾ ਬਣਨ ਦੀ ਗੱਲ ਸਤਿਗੁਰਾਂ ਨੇ ਪਹਿਲੇ ਸਰੂਪ ਦੇ ਸਮੇਂ ਹੀ ਰੱਦ ਕਰ ਦਿੱਤੀ ਸੀ। ਇਹ ਪੰਕਤੀ ਜੋ ਤੁਸੀਂ ਜਿਸ ਥਾਂ ਵਰਤੀ ਹੈ, ਉਹ ਤਾਂ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ। ਆਦ ਸੱਚ ਨਾਲ ਜੋੜਨ ਆਏ ਉਸ ਸੱਚ ਦੇ ਸੱਚੇ ਅਵਤਾਰ, ਜਿਸ ਨੂੰ ਤੁਸਾਂ ਆਪ ਹੀ ਗੁਰੂ ਬਾਬਾ ਜੀ ਦਾ ਪ੍ਰਥਮ ਉਦਘੋਸ਼ ਫਰਮਾਨ ਕੀਤਾ ਹੈ, ਉਸ ਮੂਲ ਮੰਤਰ ਵਿੱਚ ਹੀ ਰੱਬ ਨੂੰ ਸਤ 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 ਪ੍ਰਭ ਸੁਆਮੀ ਉਚਾਰਨ ਕਰਦੇ ਰਹਿਣ ਵਾਲੇ ਕੂੜ ਕਪਟ ਬੰਚ ਨਿਮੁਨਿਆਦਾ ਬਿਨ ਸਗਿਆ ਤਤਕਾਲੇ ਸਤ 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 ਨਾਨਕ ਕਹਿਆ ਆਪਣੇ ਹਿਰਦੇ ਦੇਖ ਸੰਭਾਲੇ। ਪੰਨਾ 381। ਸਤ 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 ਗੁਰਦੇਵ ਝੂਠ 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 ਆਨ ਸਭ ਸੇਵ। ਪੰਨਾ 1166। ਸਤ 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 ਪ੍ਰਭ ਜਾਤਾ ਗੁਰ ਪ੍ਰਸਾਦ ਸਦਾ ਮਨ ਰਾਤਾ। ਪੰਨਾ 1072। ਸਤ ਸਤ ਹਰ ਸਤ ਸੁਆਮੀ ਸਤ ਸਾਧ ਸੰਗਹਿ। ਪੰਨਾ 1226। ਉਚਾਰਦੇ ਹੋਏ ਦਸਾਂ ਸਰੂਪਾਂ ਵਿੱਚ ਵਿਚਰਦੇ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ ਸੰਸਾਰ ਵਿੱਚ ਵਿਚਰਦੇ ਹੋਏ ਜੋ ਸੱਚ ਦੀ ਪਛਾਣ ਕਰਨ ਦਾ ਉਪਦੇਸ਼ ਨਿਰੰਤਰ ਦੇ ਰਹੇ ਹਨ। ਸਤ ਸਤ ਹਰ ਸਤ ਸਤ ਸੱਤੇ ਸਤ ਭਣੀਐ ਦੂਸਰ ਆਨ ਅਵਰ ਪੁਰਖ ਪਉ ਰਾਤਨ ਸੁਣੀਐ। ਅੰਮ੍ਰਿਤ ਹਰਿ ਕੋ ਨਾਮ ਲੈਤ ਮਨ ਸਭ ਸੁਖ ਪਾਏ। ਜਿਹ ਰਸਨ ਚਾਖਿਓ ਤਿਹ ਜਨ ਤ੍ਰਿਪਤ ਅਗਾਏ। ਜਿਹ ਠਾਕੁਰ ਸੋ ਪ੍ਰਸੰਨ ਭਇਓ ਸਤ ਸੰਗਤ ਤਿਹ ਪਿਆਰ। ਹਰਿ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ। ਪੰਨਾ 1386। ਤੁਸਾਂ ਉਸ ਪੂਰਨ ਸੱਚ ਨੂੰ ਝੂਠ ਦੀ ਯਾਤਰਾ ਕਰਦੇ ਦਰਸਾ ਕੇ ਸਾਨੂੰ ਕੀ ਸਮਝਾਉਣ ਦਾ ਯਤਨ ਕੀਤਾ ਹੈ ਜੀ। ਆਪਣੇ ਇਸੇ ਕਾਮ ਵਿਸ਼ੇ ਨੂੰ ਗੁਰਮਤਿ ਸਿੱਧ ਕਰਨ ਲਈ ਤੁਸਾਂ ਗੁਰੂ ਬਾਣੀ ਦੀ ਵਰਤੋਂ ਕਰਨ ਤੋਂ ਪਹਿਲਾਂ ਇਹ ਫਰਮਾਨ ਕੀਤਾ, ਅਗਰ ਕਾਮ ਦੀ ਬਨਾਵਟ ਇਹ ਸਰੀਰ ਤੇ ਕਾਮ ਖਾਕ ਹੈ, ਕਾਮੀ ਖਾਕ ਹੋ ਜਾਏਗਾ। ਤੁਸੀਂ ਆਖੋਗੇ ਕਾਮ ਖਾਕ ਕਿਸ ਤਰ੍ਹਾਂ, ਕਾਮੀ ਖਾਕ ਕਿਸ ਤਰ੍ਹਾਂ। ਖਾਕ ਚੱਲ ਪਈ ਯਾਤਰਾ ਤੇ ਕੀ ਬਣ ਗਈ ਖੁਰਾਕ। ਖੁਰਾਕ ਚੱਲ ਪਈ ਯਾਤਰਾ ਤੇ ਕੀ ਬਣ ਗਈ ਖੂਨ। ਖੂਨ ਬਣਿਆ ਬਿੰਦ, ਇਹੀ ਬਿੰਦ ਬਣਿਆ ਇੱਕ ਬੱਚਾ ਮਾਹ ਦਾ ਲੋਥੜਾ। ਹੋਰ ਕੀ ਹੈ? ਮੂਲ ਰੂਪ ਦੇਖੋਗੇ ਤੇ ਕੀ ਹੈ ਖਾਕ, ਹੋਰ ਕੀ ਹੈ। ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਤਰ੍ਹਾਂ ਫਰਮਾਨ ਕਰਦੀ ਹੈ, ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ। ਭਗਤ ਕਬੀਰ ਜੀ। ਮਾਂ ਕੀ ਰਕਤ ਪਿਤਾ ਬਿਧ ਧਾਰਾ ਪਾਣੀ ਮੈਲਾ ਮਾਟੀ ਗੋਰੀ। ਗੋਰੀ ਗੇਰਵੀ ਲਾਲ, ਪਿਤਾ ਦਾ ਬਿੰਦ ਮਾਂ ਦਾ ਖੂਨ। ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ। ਇਸ ਤਰ੍ਹਾਂ ਮਿੱਟੀ ਦਾ ਪੁਤਲਾ ਬਣਿਆ। ਉਪਰੋਕਤ ਭਾਸ਼ਣ ਤੋਂ ਜਿਸ ਪ੍ਰਕਾਰ ਦੀ ਜਾਣਕਾਰੀ ਦੀ ਮਨ ਵਿੱਚ ਉਤਸੁਕਤਾ ਜਾਗੀ ਹੈ, ਉਸ ਦਾ ਵੇਰਵਾ ਇਸ ਪ੍ਰਕਾਰ ਹੈ ਜੀ। ਨੰਬਰ 1, ਖੁਰਾਕ ਤੋਂ ਕੀ ਕੁਝ ਬਣਦਾ ਹੈ, ਇਹ ਗਿਆਨ ਕਿਸ ਗ੍ਰੰਥ ਤੋਂ ਮਿਲਦਾ ਹੈ। ਨੰਬਰ 2, ਇਹ ਵਿਸ਼ਾ ਕਿਸ ਵਿਦਿਆਲੇ ਦਾ ਸਿਲੇਬਸ ਹੈ। ਨੰਬਰ 3, ਆਖਰ ਤੁਸਾਂ ਹਰ ਥਾਂ ਗੁਰੂ ਬਾਣੀ ਦੀ ਵਰਤੋਂ ਅਜਾਈਂ ਤਾਂ ਨਹੀਂ ਕੀਤੀ ਹੋਈ। ਸੋ ਜੇ ਇਹ ਸਾਰਾ ਗਿਆਨ ਉਹਨਾਂ ਗੁਰੂ ਸ਼ਬਦਾਂ ਤੋਂ ਮਿਲਦਾ ਹੈ ਜਿਨ੍ਹਾਂ ਵਿੱਚੋਂ ਤੁਸਾਂ ਉਪਰੋਕਤ 2 ਪੰਕਤੀਆਂ ਵਰਤੀਆਂ ਹਨ, ਤਾਂ ਉਹਨਾਂ ਗੁਰੂ ਸ਼ਬਦਾਂ ਦੀ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿਚਲੇ ਅਰਥਾਂ ਦੇ ਆਧਾਰ 'ਤੇ ਕਰ ਲੈਂਦੇ ਹਨ। ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਚੋਰੀ। ਮੈਂ ਨਾਹੀ ਕਛ ਆਹ ਨ ਮੋਰਾ ਤਨ ਧਨ ਸਭ ਰਸ ਗੋਬਿੰਦ ਤੋਰਾ ਰਹਾ। ਇਸ ਮਾਟੀ ਮੈਂ ਪਵਨ ਸਮਾਇਆ ਝੂਠਾ ਪਰਪੰਚ ਜੋਰ ਚਲਾਇਆ। ਕਿਨਹੂ ਲਾਖ ਪਾਂਚ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੋਰੀ। ਕਹਿ ਕਬੀਰ ਇੱਕ ਨੀਮ ਉਸਾਰੀ ਖਿਨ ਮੈਂ ਬਿਨ ਸਜਾਏ ਅਹੰਕਾਰੀ। ਪੰਨਾ 337। ਅਰਥ, ਹੇ ਅਹੰਕਾਰੀ ਜੀਵ, ਕਿਸ ਗੱਲ ਦਾ ਮਾਣ ਕਰਦਾ ਹੈ। ਪਿਓ ਦੀ ਗੰਦੀ ਬੂੰਦ ਤੇ ਮਾਂ ਦੀ ਰਕਤ, ਇਹਨਾਂ ਦੋਹਾਂ ਤੋਂ ਤਾਂ ਪਰਮਾਤਮਾ ਨੇ ਜੀਵ ਦਾ ਇਹ ਮਿੱਟੀ ਦਾ ਬੁੱਤ ਬਣਾਇਆ। ਹੇ ਮੇਰੇ ਗੋਬਿੰਦ, ਤੇਥੋਂ ਵੱਖਰੀ ਮੇਰੀ ਕੋਈ ਹਸਤੀ ਨਹੀਂ ਹੈ ਤੇ ਕੋਈ ਮੇਰੀ ਮਲਕੀਅਤ ਨਹੀਂ ਹੈ। ਇਹ ਸਰੀਰ ਧਨ ਅਤੇ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ। ਰਹਾਓ, ਇਸ ਮਿੱਟੀ ਦੇ ਪੁਤਲੇ ਵਿੱਚ ਇਸ ਨੂੰ ਖੜਾ ਰੱਖਣ ਲਈ ਪ੍ਰਾਣ ਟਿਕੇ ਹੋਏ ਹਨ, ਪਰ ਇਸ ਕਮਜ਼ੋਰ ਜਿਹੀ ਥੰਮੀ ਦੀ ਅਸਲੀਅਤ ਨੂੰ ਨਾ ਸਮਝਦਾ ਹੋਇਆ ਜੀਵ ਝੂਠਾ ਖਲਾਰਾ ਖਲਾਰ ਬੈਠਦਾ ਹੈ। ਜਿਨ੍ਹਾਂ ਜੀਵਾਂ ਨੇ 5-5 ਲੱਖ ਜਾਇਦਾਦ ਜੋੜ ਲਈ ਹੈ, ਮੌਤ ਆਇਆ ਉਹਨਾਂ ਦਾ ਵੀ ਸਰੀਰ ਰੂਪ ਭਾਂਡਾ ਭੱਜ ਜਾਂਦਾ ਹੈ। ਕਬੀਰ ਆਖਦਾ ਹੈ, ਇਹ ਅਹੰਕਾਰੀ ਜੀਵ, ਤੇਰੀ ਤਾਂ ਜੋ ਨੀਂਹ ਹੀ ਖੜੀ ਕੀਤੀ ਹੈ ਉਹ ਇੱਕ ਪਲਕ ਵਿੱਚ
ਨਾਸ ਹੋ ਜਾਣ ਵਾਲੀ ਹੈ। ਦੂਜੀ ਅਧੂਰੀ ਜੋ ਪੰਕਤੀ ਹੈ, ਮਾਂ ਕੀ ਰਗਤ ਪਿਤਾ ਬਿਦ ਧਾਰਾ, ਮਾਰੂ ਸੋਲੇ ਮਹੱਲਾ ਪਹਿਲਾ। 16 ਤੁਕਾਂ ਦਾ ਇਹ ਪਾਵਨ ਗੁਰੂ ਸ਼ਬਦ ਵੀ ਮਨੁੱਖ ਨੂੰ ਕਾਮ ਸ਼ਕਤੀ ਬਾਰੇ ਉਚੇਚਾ ਗਿਆਨ ਦੇਣ ਲਈ ਉਚਾਰਿਆ ਹੋਇਆ ਸਿੱਧ ਨਹੀਂ ਹੁੰਦਾ। ਉਹ ਸਾਰੇ ਗੁਰੂ ਸ਼ਬਦ ਨੂੰ ਬੜੀ ਇਕਾਗਰਤਾ ਅਤੇ ਗਹੁ ਨਾਲ ਵਿਚਾਰਿਆਂ ਵੀ ਕਾਮ ਪ੍ਰਤੀ ਗਿਆਨ ਦਾ ਸੰਕੇਤ ਤੱਕ ਨਹੀਂ ਮਿਲ ਸਕਿਆ। ਤੁਹਾਡਾ ਇਸ਼ਾਰਾ ਜਿਸ ਤੁਕ ਵੱਲ ਹੈ, ਸਗੋਂ ਉਸ ਤੋਂ ਪਹਿਲੀ ਤੁਕ ਵਿੱਚ ਕਾਮ ਕ੍ਰੋਧ ਨੂੰ ਨਿਵਾਰਨ ਦਾ ਉਪਦੇਸ਼ ਹੈ। ਦੋਵੇਂ ਤੁਕਾਂ ਇਸ ਪ੍ਰਕਾਰ ਹਨ। ਕਾਮ ਕ੍ਰੋਧ ਅਹੰਕਾਰ ਨਿਵਾਰੇ, ਤਸਕਰ ਪੰਚ ਸ਼ਬਦ ਸੰਘਾਰੇ, ਗਿਆਨ ਖੜਗ ਲੈ ਮਨ ਸਿਉ ਲੂਝੇ, ਮਨਸਾ ਮਨੇ ਸਮਾਈ ਹੈ। ਮਾਂ ਕੀ ਰਕਤ ਪਿਤਾ ਬਿਦ ਧਾਰਾ, ਮੂਰਤ ਸੂਰਤ ਕਰ ਅਪਾਰਾ, ਜੋਤ ਦਾਤ ਤੇਰੀ ਸਭ ਤੇਰੀ, ਤੂੰ ਕਰਤਾ ਸਭ ਠਾਈ ਹੈ। ਪੰਨਾ 1022। ਅਰਥ, ਗੁਰੂ ਦੀ ਸ਼ਰਨ ਪੈ ਕੇ ਜਿਹੜਾ ਮਨੁੱਖ ਅੰਦਰੋਂ ਕਾਮ ਕ੍ਰੋਧ ਅਹੰਕਾਰ ਨੂੰ ਦੂਰ ਕਰਦਾ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਕਾਮਾਦਿਕ ਪੰਜ ਚੋਰਾਂ ਨੂੰ ਮਾਰਦਾ ਹੈ, ਗੁਰੂ ਤੋਂ ਮਿਲੇ ਗਿਆਨ ਦੀ ਤਲਵਾਰ ਲੈ ਕੇ ਆਪਣੇ ਮਨ ਨਾਲ ਲੜਾਈ ਕਰਦਾ ਹੈ, ਉਸ ਦੇ ਮਨ ਦਾ ਮਾਇਕ ਫੁਰਨਾ ਮਨ ਦੇ ਵਿੱਚ ਹੀ ਮੁੱਕ ਜਾਂਦਾ ਹੈ। ਭਾਵ ਮਨ ਵਿੱਚ ਮਾਇਕ ਫਿਰਨੇ ਉੱਠਦੇ ਹੀ ਨਹੀਂ। ਹੇ ਅਪਾਰ ਪ੍ਰਭੂ, ਮਾਂ ਦੇ ਲਹੂ ਤੇ ਪਿਤਾ ਦੇ ਵੀਰਜ ਦੀ ਬੂੰਦ ਨੂੰ ਰਲਾ ਕੇ ਤੂੰ ਮਨੁੱਖ ਦਾ ਬੁੱਤ ਬਣਾ ਦਿੱਤਾ, ਸੋਹਣੀ ਸ਼ਕਲ ਬਣਾ ਦਿੱਤੀ। ਹਰੇਕ ਜੀਵ ਦੇ ਅੰਦਰ ਤੇਰੀ ਜੋਤ ਹੈ। ਜਿਹੜੀ ਵੀ ਪਦਾਰਥਾਂ ਦੀ ਬਖਸ਼ਿਸ਼ ਹੈ, ਸਭ ਤੇਰੀ ਹੀ ਹੈ। ਤੂੰ ਸਿਰਜਣਹਾਰ ਹਰ ਥਾਂ ਮੌਜੂਦ ਹੈ। ਕਾਮ ਸ਼ਕਤੀ ਦਾ ਅਨੋਖਾ ਗਿਆਨ ਦੇਣ ਲਈ ਆਰੰਭੇ ਭਾਸ਼ਣ ਵਿੱਚ ਤੁਸਾਂ ਅੱਗੇ ਗੁਰੂ ਬਾਣੀ ਦੀ ਪੰਕਤੀ ਦੀ ਵਰਤੋਂ ਇਉਂ ਕੀਤੀ ਹੈ। ਇਸ ਸਰੀਰ ਦੇ ਵਿੱਚ ਕੁਝ ਇਸਤਰੀ ਦੇ ਕਣ ਨੇ, ਇਸ ਸਰੀਰ ਦੇ ਵਿੱਚ ਕੁਝ ਪੁਰਸ਼ ਦੇ ਕਣ ਨੇ। ਮਾਂ ਬਾਪ ਤੋਂ ਸਰੀਰ ਆਇਆ ਤੇ ਮਾਂ ਬਾਪ ਦੀ ਅੰਸ਼ ਸਰੀਰ ਦੇ ਵਿੱਚ ਮੌਜੂਦ ਹੈ, ਹਰ ਇੱਕ ਦੇ। ਇਸ ਨੂੰ ਗੁਰੂ ਨਾਨਕ ਇੰਝ ਕਹਿੰਦੇ ਨੇ, ਰਾਮਕਲੀ ਮਹੱਲਾ ਪਹਿਲਾ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਐ ਬ੍ਰਹਮ ਗਿਆਨੀ ਜੀ, ਬਹੁਤੀਆਂ ਡੀਂਗਾਂ ਮਾਰਨ ਦੀ ਥਾਂ ਪਹਿਲਾਂ ਇਹ ਵੀ ਸਮਝੋ, ਇਹ ਵੀ ਜਾਣ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਕੋਈ ਐਸੀ ਇਸਤਰੀ ਨਹੀਂ ਜਿਸ ਦੇ ਵਿੱਚ ਪੁਰਸ਼ ਦੇ ਕਣ ਨਾ ਹੋਣ, ਕੋਈ ਐਸਾ ਪੁਰਸ਼ ਨਹੀਂ ਜਿਹਦੇ ਵਿੱਚ ਇਸਤਰੀ ਦੇ ਕਣ ਨਾ ਹੋਣ। ਦੋਹਾਂ ਤੋਂ ਸਰੀਰ ਆਇਆ, ਦੋਹਾਂ ਦੀ ਅੰਸ਼ ਮੌਜੂਦ ਹੈ। ਫਰਕ ਸਿਰਫ ਇਤਨਾ ਹੈ, ਪੁਰਸ਼ ਇਸ ਵਾਸਤੇ ਪੁਰਸ਼ ਹੋ ਗਿਆ ਹੈ ਕਿ 60% ਪਿਤਾ ਦੇ ਕਣ ਨੇ, 40% ਮਾਂ ਦੇ ਕਣ ਨੇ। ਇਸਤਰੀ ਇਸ ਵਾਸਤੇ ਇਸਤਰੀ ਹੋ ਗਈ ਹੈ ਕਿ ਉਸ ਦੇ ਵਿੱਚ 60% ਮਾਂ ਦੇ ਕਣ ਨੇ, 40% ਪਿਓ ਦੇ ਨੇ। ਬਸ ਇਤਨੀ ਗੱਲ ਹੈ। ਉਪਰੋਕਤ ਭਾਸ਼ਣ ਦੇ ਅੰਡਰਲਾਈਨ ਭਾਗ, ਇਹ ਬ੍ਰਹਮ ਗਿਆਨੀ ਜੀ, ਬਹੁਤੀਆਂ ਡੀਂਗਾਂ ਮਾਰਨ ਦੀ ਥਾਂ ਪਹਿਲਾਂ ਇਹ ਵੀ ਸਮਝੋ ਤੋਂ ਸਪਸ਼ਟ ਹੁੰਦਾ ਹੈ ਕਿ ਇਸਤਰੀ ਅਤੇ ਪੁਰਸ਼ ਦੋਵਾਂ ਵਿੱਚ ਇੱਕ ਦੂਜੇ ਵਿਚਲੇ ਕਣਾਂ ਦੇ ਫੀਸਦੀ ਅਨੁਪਾਤ ਦਾ ਪੂਰਾ ਗਿਆਨ ਅਥਵਾ ਬੱਚੀ, ਪਿਤਾ, ਲੜਕਾ, ਮਾਂ ਆਪਣੇ ਆਪ ਵਿੱਚ ਅਧੂਰੇ ਹੋਣ ਦਾ ਠੀਕ ਗਿਆਨ ਰਾਮਕਲੀ ਮਹੱਲਾ ਪਹਿਲਾ ਦੇ ਉਸੇ ਗੁਰੂ ਸ਼ਬਦ ਵਿੱਚੋਂ ਮਿਲਦਾ ਹੋਣਾ ਹੈ, ਜਿਸ ਵਿੱਚੋਂ ਤੁਹਾਡੇ ਮਨ ਦੀ ਚੋਣ ਵਿੱਚ ਆਈ ਪੰਕਤੀ ਦੀ ਤੁਸਾਂ ਵਰਤੋਂ ਕੀਤੀ। ਇਸ ਲਈ ਅਸਾਂ ਮੂਰਖਾਂ ਨੇ ਵੀ ਇੱਧਰ ਉੱਧਰ ਡੀਂਗਾਂ ਕਿਉਂ ਮਾਰਨੀਆਂ ਹਨ, ਉਹੀ ਪੂਰਾ ਪਾਵਨ ਸ਼ਬਦ ਪਾਠਕਾਂ ਨਾਲ ਸਾਂਝਾ ਕਰ ਲੈਂਦੇ ਹਾਂ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੁੱਝੇ ਬਿਦ ਜਾਣੈ, ਉਤ ਬੁੱਝ ਚਲਤ ਆਪ ਕਰ ਜੀਨੇ, ਆਪੇ ਤਤ ਪਛਾਣੈ। ਐਸਾ ਗਿਆਨ ਵਿਚਾਰੇ ਕੋਈ, ਤਿਸ ਤੇ ਮੁਕਤ ਪਰਮ ਗਤ ਹੋਈ ਰਹਾ। ਦਿਨ ਮੈਂ ਰੈਣ, ਰੈਣ ਮੈਂ ਦਿਨੀਅਰ, ਉਸਨ ਸੀਤ ਬਿਦ ਸੋਈ, ਤਾਕੀ ਗਤ ਮਿਤ ਅਵਰ ਨ ਜਾਣੇ, ਗੁਰ ਬਿਨ ਸਮਝ ਨ ਹੋਈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਸਭ ਮੈਂ ਜੋਤ, ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਨੀ, ਨਾਨਕ ਤਿਨ ਕੈ ਸਦ ਬਲਿਹਾਰੀ, ਜਿਨ ਏਕ ਸ਼ਬਦ ਲਿਵ ਲਾਈ। ਪੰਨਾ 878। ਇਹ ਸਾਰੇ ਗੁਰੂ ਸ਼ਬਦ ਵਿੱਚ ਸਤਿਗੁਰਾਂ ਨੇ ਸਿਰਜਣਹਾਰ ਦੇ ਸ੍ਰਿਸ਼ਟੀ ਸਿਰਜਣਾ ਵਾਲੇ, ਹੈਰਾਨ ਕਰ ਦੇਣ ਵਾਲੇ ਨਿਯਮ ਵੱਲ ਸਾਡਾ ਧਿਆਨ ਦਿਵਾ ਕੇ ਉਹਦੀਆਂ ਵਡਿਆਈਆਂ ਦਾ ਇਹ ਅਦਭੁਤ ਅਪਾਰ ਪੱਖ ਯਾਦ ਕਰਾ ਕੇ ਉਸ ਨਾਲ ਨੇੜਤਾ ਅਤੇ ਪਿਆਰ ਪਾਉਣ ਦਾ ਉਦਮ ਬਖਸ਼ਿਸ਼ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀ 6ਵੀਂ ਪੋਥੀ ਦੇ 557 ਤੇ 558 ਸਫ਼ੇ ਤੇ ਸ਼ਬਦਾਂ ਦੇ ਅਰਥਾਂ ਵਿੱਚੋਂ ਚੋਣ ਵਿੱਚ ਆਈ ਉਪਰੋਕਤ ਤੀਜੀ ਤੁਕ ਦੇ ਅਰਥ
ਇਸ ਪ੍ਰਕਾਰ ਹਨ ਜੀ। ਅਰਥ, ਹੇ ਪ੍ਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ, ਵੇਖ ਅਚਰਜ ਖੇਡ ਕਿ ਮਨੁੱਖਾਂ ਦੇ ਵੀਰਜ ਤੋਂ ਇਸਤਰੀਆਂ ਪੈਦਾ ਹੁੰਦੀਆਂ ਹਨ ਤੇ ਇਸਤਰੀ ਤੋਂ ਮਨੁੱਖ ਜੰਮਦੇ ਹਨ। ਪਰਮਾਤਮਾ ਦੀ ਕੁਦਰਤ ਦੀ ਕਹਾਣੀ ਬਿਆਨ ਨਹੀਂ ਕੀਤੀ ਜਾ ਸਕਦੀ, ਪਰ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ 'ਤੇ ਤੁਰਦਾ ਹੈ, ਉਹ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਵਿੱਚ ਆਪਣੀ ਸੁਰਤ ਜੋੜਦਾ ਹੈ ਤੇ ਉਸ ਵਿੱਚੋਂ ਪਰਮਾਤਮਾ ਨਾਲ ਜਾਣ ਪਛਾਣ ਪਾ ਲੈਂਦਾ ਹੈ। ਜਿਸ ਅਨੁਪਮ ਨਿਯਮ ਦੁਆਰਾ ਤੁਸਾਂ ਤੀਸਰੀ ਤੁਕ ਵਿਚਲੇ ਇਸਤਰੀ ਅਤੇ ਪੁਰਸ਼ ਦੇ ਕਣਾਂ ਦਾ ਠੀਕ ਠੀਕ ਅਨੁਪਾਤ ਫੀਸਦੀਆਂ ਦੇ ਹਿਸਾਬ ਨਾਲ ਦੱਸ ਕੇ ਉਹਨਾਂ ਨੂੰ ਅਧੂਰਾ ਕਹਿਣਾ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਘੋਸ਼ਿਤ ਕਰ ਰਹੇ ਹੋ। ਉਸ ਨਿਯਮ ਅਨੁਸਾਰ ਗੁਰੂ ਸ਼ਬਦ ਦੀ ਪਹਿਲੀ ਤੁਕ ਵਿੱਚੋਂ ਸਾਗਰ ਵਿੱਚੋਂ ਬੂੰਦ ਦੇ ਅਤੇ ਬੂੰਦ ਵਿੱਚ ਸਾਗਰ ਦੇ, ਫਿਰ ਤੀਜੀ ਤੁਕ ਰੈਣ ਵਿੱਚ ਦਿਨ ਅਤੇ ਦਿਨ ਵਿੱਚ ਰੈਣ ਦੇ ਕਣਾਂ ਦਾ ਅਨੁਪਾਤ, ਫਿਰ ਚੌਥੀ ਤੁਕ ਵਿਚਲੇ ਮਨ ਵਿੱਚ ਜੋਤ ਅਤੇ ਜੋਤ ਵਿੱਚ ਮਨ ਦੇ ਕਣਾਂ ਦਾ ਅਨੁਪਾਤ ਵੀ ਕੱਢ ਵਿਖਾਉਣ ਦਾ ਚਮਤਕਾਰ ਕਰ ਵਿਖਾਉਣਾ ਸੀ ਜੀ। ਅਧੂਰਾ ਦੱਸਣ ਵਾਲੇ ਆਲਾਪ ਨੂੰ ਸਤਿਗੁਰਾਂ ਦਾ ਆਪਣਾ ਫਰਮਾਨ ਸਿੱਧ ਕਰਨ ਦੀ ਧੁਨ ਵਿੱਚ ਗੁਰੂ ਬਾਣੀ ਦੀ ਹੋਰ ਤੋਂ ਹੋਰ ਪੰਕਤੀਆਂ ਵਰਤਣ ਦਾ ਰਾਹ ਬਣਾਉਣ ਲਈ ਆਪ ਜੀ ਦੇ ਬਚਨ। ਬੱਚੀ ਵਿੱਚ ਪਿਤਾ ਅਧੂਰਾ ਹੈ, ਬੱਚੇ ਵਿੱਚ ਮਾਂ ਅਧੂਰੀ ਹੈ। ਅਧੂਰੀ ਮਾਂ ਪੂਰਾ ਹੋਣਾ ਚਾਹੁੰਦੀ ਹੈ ਤੇ ਇਸਤਰੀ ਦਾ ਬਹੁਤਾ ਖੜਾਓ ਲੜਕੇ ਦੀ ਤਰਫ ਹੁੰਦਾ ਹੈ, ਲੜਕੀ ਦੀ ਤਰਫ ਨਹੀਂ। ਔਰ ਪਿਤਾ ਦਾ ਜ਼ਿਆਦਾ ਖਿਚਾਓ ਗੁਰੂ ਨਾਨਕ ਜੀ ਦੇ ਕਥਨ ਅਨੁਸਾਰ ਲੜਕੀ ਦੀ ਤਰਫ ਹੁੰਦਾ ਹੈ, ਲੜਕੇ ਦੀ ਤਰਫ ਨਹੀਂ। ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖ ਦੇਵਾਂ ਗੁਰੂ ਨਾਨਕ ਦੀ। ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ, ਭਾਈ ਕੋ ਅਤ ਪਾਈ। ਬਾਲ ਕੰਨਿਆ ਉਹਨੂੰ ਮਾਂ ਨਹੀਂ ਪਿਆਰੀ, ਪਿਓ ਪਿਆਰਾ ਹੈ। ਅਪਰੋਕਤ ਤੁਕ ਵਾਲਾ ਪੂਰਾ ਸ਼ਬਦ। ਮਾਏ ਬਾਪ ਕੋ ਬੇਟਾ ਨੀਕਾ, ਸਸੁਰੇ ਚਤੁਰ ਜਵਾਈ। ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਪਾਈ। ਹੁਕਮ ਭਇਆ ਬਾਹਰ ਕਰ ਛੋੜਿਆ, ਖਿਨ ਮੈਂ ਭਈ ਪਰਾਈ। ਨਾਮਦਾਨ ਇਸ਼ਨਾਨ ਨਾ ਮਨਮੁਖ, ਤਿਤ ਧਨ ਧੂੜ ਤੁਮਾਈ। ਮਨ ਮਾਨਿਆ ਨਾਮ ਸਿਖਾਈ, ਪਾਏ ਪਰੋਂ ਗੁਰ ਕੈ ਬਲਿਹਾਰੇ। ਦਿਨ ਸਾਚੀ ਬੂਝ ਬੁਝਾਈ ਰਹਾ, ਜਗ ਸਿਉ ਝੂਠ ਪ੍ਰੀਤ ਮਨ ਵੇਧਿਆ। ਜਨ ਸਿਉ ਵਾਦ ਰਚਾਈ, ਮਾਇਆ ਮਗਨ ਅਹਨਸ ਮਗ ਜੋ ਹੈ। ਨਾਮ ਨਾ ਲੇਵੇ ਮਰੈ ਬਿਖ ਖਾਈ, ਗੰਦਨ ਵੈਣ ਰਤਾ ਹਿਤਕਾਰੀ। ਸ਼ਬਦੇ ਸੁਰਤ ਨ ਆਈ, ਰੰਗ ਨ ਰਾਤਾ ਰਸ ਨੀ ਬੇਧਿਆ। ਮਨਮੁਖ ਪਤ ਗਵਾਈ। ਪੰਨਾ 596। ਅਰਥ, ਜੋ ਮਨੁੱਖ ਮਾਪਿਆਂ ਦਾ ਪਿਆਰਾ ਪੁੱਤਰ ਸੀ, ਕਦੇ ਸਹੁਰੇ ਦਾ ਸਿਆਣਾ ਜਵਾਈ ਸੀ, ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਓ ਸੀ ਅਤੇ ਭਰਾ ਦਾ ਬੜਾ ਪਿਆਰਾ ਸਨੇਹੀ ਭਰਾ ਸੀ, ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸਨੇ ਘਰ-ਬਾਰ ਸਭ ਕੁਝ ਛੱਡ ਦਿੱਤਾ। ਇੱਕ ਪਲਕ ਵਿੱਚ ਸਭ ਕੁਝ ਓਪਰਾ ਹੋ ਗਿਆ। ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾ ਨਾਮ ਜਪਿਆ, ਨਾ ਸੇਵਾ ਕੀਤੀ ਤੇ ਨਾ ਪਵਿੱਤਰ ਆਚਰਣ ਬਣਾਇਆ। ਇਸ ਮਨੁੱਖਾ ਸਰੀਰ ਦੀ ਰਾਹੀਂ ਉਹ ਖੁਆਰੀ ਹੀ ਕਰਦਾ ਰਿਹਾ। ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿੱਚ ਭਤੀਜਦਾ ਹੈ, ਉਹ ਪ੍ਰਮਾਤਮਾ ਦੇ ਨਾਮ ਨੂੰ ਅਸਲ ਮਿੱਤਰ ਸਮਝਦਾ ਹੈ। ਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ ਹਾਂ, ਗੁਰੂ ਤੋਂ ਸਦਕੇ ਜਾਂਦਾ, ਜਿਸ ਨੇ ਇਹ ਸੱਚੀ ਮੱਤ ਦਿੱਤੀ ਹੈ ਕਿ ਪਰਮਾਤਮਾ ਹੀ ਅਸਲ ਮਿੱਤਰ ਹੈ। ਰਹਾ ਮਨੁੱਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿੱਚ ਪੁਰਵਿਆ ਰਹਿੰਦਾ ਹੈ। ਸੰਤ ਜਨਾਂ ਨਾਲ ਉਹ ਝਗੜਾ ਖੜਾ ਕਰੀ ਰੱਖਦਾ ਹੈ। ਮਾਇਆ ਦੇ ਮੋਹ ਵਿੱਚ ਮਸਤ ਹੋ ਉਹ ਦਿਨ ਰਾਤ ਮਾਇਆ ਦਾ ਰਾਹ ਤੱਕਦਾ ਰਹਿੰਦਾ ਹੈ, ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਦਾ। ਇਸ ਤਰ੍ਹਾਂ ਮਾਇਆ ਦੇ ਮੋਹ ਦੀ ਜ਼ਹਿਰ ਖਾ ਖਾ ਕੇ ਆਤਮਕ ਮੌਤੇ ਮਰ ਜਾਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਗੰਦੇ ਗੀਤਾਂ ਗਾਵਣ ਸੁਣਨ ਵਿੱਚ ਮਸਤ ਰਹਿੰਦਾ ਹੈ, ਗੰਦੇ ਗੀਤਾਂ ਨਾਲ ਹੀ ਹਿੱਤ ਕਰਦਾ ਹੈ। ਪਰਮਾਤਮਾ ਦੀ ਸਿਫਤ ਸਲਾਹ ਵਾਲੀ ਬਾਣੀ ਵਿੱਚ ਉਸ ਦੀ ਸੁਰਤ ਨਹੀਂ ਲੱਗਦੀ, ਨਾ ਉਹ ਪਰਮਾਤਮਾ ਦੇ ਪਿਆਰ ਵਿੱਚ ਰੰਗੀਜਦਾ ਹੈ, ਨਾ ਉਸ ਨੂੰ ਨਾਮ ਰਸ ਵਿੱਚ ਖਿੱਚ ਪੈਂਦੀ ਹੈ। ਮਨਮੁੱਖ ਇਸੇ ਤਰ੍ਹਾਂ ਆਪਣੀ ਇੱਜ਼ਤ ਗਵਾ ਲੈਂਦਾ ਹੈ। ਨੋਟ: ਸ਼ਬਦ ਵਿਚਲੇ ਅਸ਼ਲੀਲਤਾ ਤੋਂ ਦੂਰ ਰਹਿਣ ਦੇ ਉਪਦੇਸ਼ ਨੂੰ ਅੱਖੋਂ ਪਰੋਖੇ ਕਰ ਦੇਣਾ ਵੱਡੀ ਬਦਕਿਸਮਤੀ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 8ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 5ਵੇਂ ਕਾਂਡ ਦਾ 7ਵਾਂ ਅਤੇ 8ਵਾਂ ਕਾਂਡ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।